ਨਹਿਮਿਆ ਚੈਪਟਰ 1 ਯਰੂਸ਼ਲਮ ਲਈ ਨਹਿਮਿਆ ਦੀ ਪ੍ਰਾਰਥਨਾ। ਹਕਲਿਆ ਦੇ ਪੁੱਤਰ ਨਹਿਮਿਆ ਦੀਆਂ ਗੱਲਾਂ। ਤਾਂ ਇਹ ਹੋਇਆ ਕਿ 20ਵੇਂ ਵਰ੍ਹੇ ਕਿਸਲੇਵ ਦੇ ਮਹੀਨੇ ਮੈਂ ਸ਼ੂਸ਼ਨ ਦੇ ਮਹਿਲ ਵਿੱਚ ਸਾਂ, ਤੇ ਮੇਰੇ ਭਰਾਵਾਂ ਵਿੱਚੋਂ ਹਨਾਨੀ ਤੇ ਯਹੂਦੀਆਂ ਵਿੱਚੋਂ ਕਈ ਮਨੁੱਖ ਮੇਰੇ ਕੋਲ ਆਏ, ਤੇ ਮੈਂ ਉਹਨਾਂ ਕੋਲੋਂ ਉਹਨਾਂ ਬਚਿਆ ਹੋਇਆਂ ਯਹੂਦੀਆਂ ਦੇ ਵਿਖੇ, ਉਹਨਾਂ ਅਸੀਰਾਂ ਦੇ ਵਿਖੇ ਜਿਹੜੇ ਰਹਿ ਗਏ ਸਨ, ਤੇ ਯਰੂਸ਼ਲਮ ਦੇ ਵਿਖੇ ਪੁੱਛਿਆ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਉਹ ਬਕੀਆ ਜਿਹੜਾ ਉੱਥੇ ਸੂਬੇ ਵਿੱਚ ਅਸੀਰੀ ਵਿੱਚੋਂ ਬਚ ਰਿਹਾ ਸੀ, ਵੱਡੀ ਦੁਰਦਸ਼ਾ ਤੇ ਨਰਾਦਰੀ ਵਿੱਚ ਹੈ। ਯਰੂਸ਼ਲਮ ਦੀਆਂ ਕੰਧਾਂ ਢੱਠੀਆਂ ਪਈਆਂ ਹਨ ਤੇ ਉਹਦੇ ਫਾਟਕ ਅੱਗ ਨਾਲ ਜਲੇ ਹੋਏ ਹਨ। ਤਾਂ ਇਉਂ ਹੋਇਆ ਕਿ ਜਦ ਮੈਂ ਗੱਲਾਂ ਸੁਣੀਆਂ ਤੇ ਮੈਂ ਬੈਠ ਕੇ ਰੋਣ ਲੱਗ ਪਿਆ ਤੇ ਕਈ ਦਿਨਾਂ ਤੱਕ ਸੋਗ ਕੀਤਾ, ਵਰਤ ਰੱਖਿਆ, ਆਕਾਸ਼ ਦੇ ਪਰਮੇਸ਼ਰ ਦੇ ਸਾਹਮਣੇ ਪ੍ਰਾਰਥਨਾ ਕੀਤੀ। ਤੇ ਮੈਂ ਕਿਹਾ, ਹੇ ਯਹੋਵਾ ਆਕਾਸ਼ ਦੇ ਪਰਮੇਸ਼ਵਰ, ਹੇ ਮਹਾਨ ਤੇ ਪੈਦਾਇਕ ਪਹਿਜੋਗ ਪਰਮੇਸ਼ਵਰ, ਜੋ ਤੂੰ ਆਪਣੇ ਪ੍ਰੇਮੀਆਂ ਹੁਕਮ ਮੰਨਣ ਨਾਲ ਦਇਆ ਤੇ ਨੇਮ ਦੀ ਪਾਲਣਾ ਕਰਨ ਵਾਲਾ ਹੈ। ਤੇਰੇ ਕੰਨ ਲੱਗੇ ਰਹਿਣ ਤੇ ਤੇਰੀਆਂ ਅੱਖਾਂ ਖੁੱਲੀਆਂ ਰਹਿਣ ਆਪਣੇ ਦਾਸ ਦੀ ਪ੍ਰਾਰਥਨਾ ਸੁਣਨ ਲਈ, ਜਿਹੜੀ ਅੱਜ ਮੈਂ ਤੇਰੇ ਅੱਗੇ ਦਿਨ ਰਾਤ ਤੇਰੇ ਦਾਸਾਂ ਇਸਰਾਏਲੀਆਂ ਦੇ ਲਈ ਕਰਦਾ ਹਾਂ। ਮੈਂ ਇਸਰਾਏਲੀਆਂ ਦੇ ਪਾਪ ਜਿਹੜੇ ਅਸੀਂ ਤੇਰੇ ਵਿਰੁੱਧ ਕੀਤੇ ਮੰਨ ਲਏ ਹਨ, ਤੇ ਪਿਓ ਦਾਦਿਆਂ ਦੇ ਘਰਾਣੇ ਨੇ ਵੀ ਜਿਹੜਾ ਪਾਪ ਕੀਤਾ ਹੈ, ਅਸੀਂ ਤੇਰੇ ਵਿਰੁੱਧ ਭੈੜੀਆਂ ਗੱਲਾਂ ਕੀਤੀਆਂ ਵੱਡੀਆਂ, ਅਸੀਂ ਉਹਨਾਂ ਹੁਕਮਾਂ ਵਿਧੀਆਂ ਨਿਆਵਾਂ ਜਿਨ੍ਹਾਂ ਦਾ ਆਪਣੇ ਦਾਸ ਮੂਸਾ ਨੂੰ ਤੂੰ ਹੁਕਮ ਦਿੱਤਾ ਸੀ ਨਹੀਂ ਮੰਨਿਆ। ਉਸ ਗੱਲ ਨੂੰ ਯਾਦ ਕਰ ਜਿਹਦਾ ਤੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ ਕਿ ਜੇ ਤੁਸੀਂ ਬੇਈਮਾਨੀ ਕਰੋਗੇ ਤੇ ਮੈਂ ਤੁਹਾਨੂੰ ਉਮਤਾਂ ਵਿੱਚ ਖਿਲਾਰ ਦਿਆਂਗਾ। ਜੇ ਤੁਸੀਂ ਮੇਰੇ ਵੱਲ ਮੋੜੋ ਤੇ ਮੇਰੇ ਹੁਕਮਾਂ ਦੀ ਪਾਲਣਾ ਕਰਕੇ ਤੁਸੀਂ ਉਹਨਾਂ ਨੂੰ ਬੁਰਾ ਕਰੋ ਤਾਂ ਮੈਂ ਤੁਹਾਡੇ ਵਿੱਚੋਂ ਧੱਕਿਆਂ ਹੋਇਆਂ ਨੂੰ, ਭਾਵ ਉਹ ਆਕਾਸ਼ ਤੇ ਆਖਰੀ ਕੰਢਿਆਂ ਤੇ ਹੋਣ ਵਾਲੇ, ਉੱਥੋਂ ਮੈਂ ਉਹਨਾਂ ਨੂੰ ਇਕੱਠੇ ਕਰਕੇ ਇਸ ਅਸਥਾਨ ਵਿੱਚ ਉਸ 'ਚ ਲਿਆਵਾਂਗਾ ਜਿਹੜਾ ਮੈਂ ਆਪਣੇ ਨਾਮ ਵਸਾਉਣ ਲਈ ਚੁਣਿਆ ਹੈ। ਉਹ ਤੇਰੇ ਦਾਸ ਤੇ ਤੇਰੀ ਪ੍ਰਜਾ ਹਨ, ਜਿਨ੍ਹਾਂ ਨੂੰ ਤੂੰ ਵੱਡੇ ਬਲ ਤੇ ਤਕੜੇ ਹੱਥ ਨਾਲ ਛੁਟਕਾਰਾ ਦਿੱਤਾ ਹੈ। ਇਹ ਪ੍ਰਭੂ ਆਪਣੇ ਦਾਸ ਦੀ ਪ੍ਰਾਰਥਨਾ ਉੱਤੇ ਤੇਰੇ ਕੰਨ ਲੱਗੇ ਰਹਿਣ, ਆਪਣੇ ਦਾਸਾਂ ਦੀ ਪ੍ਰਾਰਥਨਾ ਉੱਤੇ ਜਿਹੜੇ ਤੇਰੇ ਨਾਮ ਤੋਂ ਡਰਨ ਦੇ ਚਾਹਵੰਦ ਹਨ, ਤੇ ਤੂੰ ਉਹਨਾਂ ਨੂੰ ਸਫਲ ਵੀ ਕਰ ਅਤੇ ਇਸ ਮਨੁੱਖ ਦੇ ਅੱਗੇ ਮੈਨੂੰ ਤਰਸਾਂ ਦਾ ਭਾਗੀ ਬਣਾ। ਮੈਂ ਪਾਤਸ਼ਾਹ ਦਾ ਸਾਥੀ ਸਾਂ। ਚੈਪਟਰ 2 ਨਹਿਮਿਆ ਦਾ ਯਰੂਸ਼ਲਮ ਵਿੱਚ ਆਉਣਾ ਤੇ ਕੰਧਾਂ ਦਾ ਫਿਰ ਬਣਾਉਣਾ। ਇਹ ਹੋਇਆ ਕਿ ਅਰਤਹਸ਼ਸ਼ਤਾ ਪਾਤਸ਼ਾਹ ਦੇ 20ਵੇਂ ਵਰ੍ਹੇ ਨਿਸਾਨ ਮਹੀਨੇ ਦੇ ਵਿੱਚ ਮੈਂ ਉਹਦੇ ਸਾਹਮਣੇ ਸੀ, ਤੇ ਮੈਂ ਚੁੱਕ ਕੇ ਪ੍ਰਾਰਥਨਾ ਪਾਤਸ਼ਾਹ ਨੂੰ ਦਿੱਤੀ। ਤਾਂ ਉਸਨੇ ਹਜ਼ੂਰ ਮੇਰੇ ਪਹਿਲਾਂ ਕਦੀ ਮੈਨੂੰ ਉਦਾਸ ਨਹੀਂ ਸੀ ਦੇਖਿਆ, ਤੇ ਪਾਤਸ਼ਾਹ ਨੇ ਮੈਨੂੰ ਕਿਹਾ, ਤੇਰਾ ਮੂੰਹ ਕਿਉਂ ਉਦਾਸ ਹੈ? ਤੂੰ ਬਿਮਾਰ ਤੇ ਉਦਾਸ ਦਿਸਦਾ, ਪਰ ਤੇਰੇ ਦਿਲ ਦੀ ਉਦਾਸੀ ਬਣਾ, ਹੋਰ ਤਾਂ ਕੁਝ ਨਹੀਂ। ਮੈਂ ਬਹੁਤ ਹੀ ਡਰ ਗਿਆ ਤੇ ਮੈਂ ਪਾਤਸ਼ਾਹ ਨੂੰ ਕਿਹਾ, ਪਾਤਸ਼ਾਹ ਜੁਗ ਜੀਵੇ, ਤੇਰਾ ਮੂੰਹ ਕਿਉਂ ਨਾ ਉਦਾਸ ਹੋਵੇ, ਕਿਉਂਕਿ ਸ਼ਹਿਰ ਜਿੱਥੇ ਮੇਰੇ ਪਿਓ ਦਾਦੇ ਦੇ ਘਰਾਣੇ ਦੀਆਂ ਕਬਰਾਂ ਹਨ ਖੇ ਬਣਿਆ ਪਿਆ ਹੈ, ਉਸਦੇ ਫਾਟਕ ਅੱਗ ਨੇ ਖਾ ਲਿਆ। ਉਸਨੇ ਮੈਨੂੰ ਕਿਹਾ, ਤੂੰ ਚਾਹੁੰਦਾ ਕੀ ਹੈ? ਤੇ ਮੈਂ ਆਕਾਸ਼ ਦੇ ਪਰਮੇਸ਼ਰ ਅੱਗੇ ਬੇਨਤੀ ਕੀਤੀ, ਤੇ ਮੈਂ ਪਾਤਸ਼ਾਹ ਨੂੰ ਆਖਿਆ, ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤੇ ਤੁਹਾਡਾ ਦਾਸ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਤੇ ਮੈਨੂੰ ਯਹੂਦਾ ਨੂੰ, ਮੇਰੇ ਪਿਓ ਦਾਦਿਆਂ ਦੀਆਂ ਕਬਰਾਂ ਦੇ ਸ਼ਹਿਰ ਨੂੰ ਘੱਲ ਦਿਓ ਕਿ ਮੈਂ ਉਹਨੂੰ ਬਣਾਵਾਂ। ਤਾਂ ਪਾਤਸ਼ਾਹ ਨੇ, ਜਿਹਦੇ ਕੋਲ ਮਲਕਾ ਵੀ ਬੈਠੀ ਸੀ, ਮੈਨੂੰ ਕਿਹਾ, ਤੇਰਾ ਜਾਣਾ ਕਿੰਨੇ ਚਿਰਾਂ ਲਈ ਹੈ ਤੇ ਤੂੰ ਮੁੜੇਂਗਾ ਕਦੋਂ? ਤਾਂ ਮੇਰਾ ਘੱਲਣਾ ਪਾਤਸ਼ਾਹ ਦੇ ਦਰਬਾਰ ਵਿੱਚ ਚੰਗਾ ਲੱਗਿਆ ਤੇ ਉਹਦੇ ਨਾਲ ਇੱਕ ਵੇਲਾ ਠਹਿਰਾ ਲਿਆ। ਮੈਂ ਪਾਤਸ਼ਾਹ ਨੂੰ ਕਿਹਾ ਕਿ ਜੇ ਪਾਤਸ਼ਾਹ ਨੂੰ ਚੰਗਾ ਲੱਗੇ ਤੇ ਮੈਨੂੰ ਦਰਿਆ ਪਾਰ ਸੂਬੇ ਦੇ ਹਾਕਮਾਂ ਲਈ ਪਰਵਾਨੇ ਦਿੱਤੇ ਜਾਣ ਵੀ ਉਹ ਮੈਨੂੰ ਉੱਥੇ ਤੀਕ ਲੰਘਾਉਣ, ਤੇ ਯਹੂਦਾ ਵਿੱਚ ਮੈਂ ਪਹੁੰਚ ਜਾਵਾਂ ਤੇ ਇੱਕ ਪਰਵਾਨਾ ਅਸਾਫ ਲਈ ਜਿਹੜਾ ਜੰਗਲ ਪਾਤਸ਼ਾਹੀ ਜੰਗਲ ਦਾ ਰਾਖਾ ਹੈ ਮਿਲੇ, ਤੇ ਮੈਨੂੰ ਸ਼ਾਹੀ ਮਹਿਲ ਤੇ ਭਵਨ ਦੇ ਫਾਟਕਾਂ ਲਈ ਤੇ ਸ਼ਹਿਰ ਦੀ ਕੰਧ ਲਈ ਤੇ ਉਸ ਘਰ ਲਈ ਜਿੱਥੇ ਵੀ ਮੈਂ ਜਾਵਾਂਗਾ ਸ਼ਤੀਰਾਂ ਲਈ ਲੱਕੜ ਵੀ ਦੇਵੇ। ਤਾਂ ਪਾਤਸ਼ਾਹ ਨੇ ਮੰਨ ਲਿਆ ਤੇ ਉਸ ਨੇ ਪਰਮੇਸ਼ਰ ਦਾ ਨੇਕ ਹੱਥ ਮੇਰੇ ਉੱਤੇ ਸੀ। ਤਦ ਮੈਂ ਦਰਿਆ ਪਾਰ ਹਾਕਮਾਂ ਕੋਲ ਗਿਆ ਤੇ ਸ਼ਾਹੀ ਪਰਵਾਨੇ ਉਹਨਾਂ ਨੂੰ ਦਿੱਤੇ, ਅਤੇ ਪਾਤਸ਼ਾਹ ਨੇ ਮੇਰੇ ਨਾਲ ਵੱਡੀ ਫੌਜੀ ਸਰਦਾਰ ਤੇ ਸਵਾਰ ਵੀ ਘੱਲੇ। ਤੇ ਜਦ ਸਨਬਲਟ ਹੈਰੋਨੀ ਅਤੇ ਟੋਬੀਆ ਅਮੋਨੀ ਟੈਲੀਓ ਨੇ ਸੁਣਿਆ ਤਾਂ ਉਹਨਾਂ ਨੇ ਬਹੁਤ ਬੁਰਾ ਮਨਾਇਆ, ਤੇ ਇੱਕ ਆਦਮੀ ਇਸਰਾਏਲੀਆਂ ਦੀ ਭਲਾਈ ਦਾ ਚਾਹਵੰਦ ਆਇਆ। ਸੋ ਮੈਂ ਯਰੂਸ਼ਲਮ ਨੂੰ ਆਇਆ ਤੇ ਉੱਥੇ 3 ਦਿਨ ਰਿਹਾ। ਮੈਂ ਰਾਤ ਨੂੰ ਉੱਠਿਆ ਤੇ ਮੈਂ ਤੇ ਮੇਰੇ ਨਾਲ ਹੋਰ ਆਦਮੀ ਤੇ ਜਿਹੜਾ ਕੰਮ ਮੇਰੇ ਪਰਮੇਸ਼ਰ ਨੇ ਮੇਰੇ ਦਿਲ ਵਿੱਚ ਯਰੂਸ਼ਲਮ ਦੀ ਕਰਨ ਨੂੰ ਪਾਇਆ ਸੀ, ਮੈਂ ਕਿਸੇ ਨੂੰ ਨਾ ਦੱਸਿਆ। ਤੇ ਮੇਰੇ ਨਾਲ ਨਾ ਕੋਈ ਪਸ਼ੂ ਸੀ, ਛੋਟੇ ਉਸ ਪਸ਼ੂ ਦੇ ਜਿਹਦੇ ਉੱਤੇ ਮੈਂ ਸਵਾਰ ਸੀ। ਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿਕਲ ਕੇ ਨਾਲੇ ਦੇ ਸੋਤੇ ਦੇ ਸਾਹਮਣੇ ਤੇ ਕੂੜੇ ਦੇ ਫਾਟਕ ਨੂੰ ਗਿਆ, ਤੇ ਯਰੂਸ਼ਲਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਤੇ ਅੱਗ ਦੇ ਖਾਧੇ ਹੋਏ ਫਾਟਕ ਨੂੰ ਵੇਖਿਆ। ਤੇ ਫਿਰ ਮੈਂ ਚਸ਼ਮੇ ਫਾਟਕ ਤੋਂ ਲੰਘ ਕੇ ਪਾਤਸ਼ਾਹੀ ਤਲਾਅ ਨੂੰ ਗਿਆ, ਪਰ ਉੱਥੇ ਉਸ ਪਸ਼ੂ ਦੇ ਜਿਹੜਾ ਮੇਰੇ ਹੇਠ ਸੀ ਲੰਘਣ ਲਈ ਕੋਈ ਥਾਂ ਨਹੀਂ ਸੀ। ਫਿਰ ਮੈਂ ਰਾਤ ਨੂੰ ਹੀ ਨਾਲੇ ਵੱਲ ਚੜ੍ਹ ਗਿਆ ਤੇ ਕੰਧ ਨੂੰ ਵੇਖ ਕੇ ਮੁੜਿਆ ਤੇ ਵਾਦੀ ਦੇ ਫਾਟਕ ਥਾਣੀ ਮੁੜ ਆਇਆ। ਤੇ ਰਈਸਾਂ ਨੂੰ ਪਤਾ ਨਾ ਲੱਗਾ ਕਿ ਮੈਂ ਕਿੱਥੇ ਗਿਆ ਤੇ ਕੀ ਕੀਤਾ। ਉਸ ਵੇਲੇ ਤੱਕ ਯਹੂਦੀਆਂ ਨੂੰ, ਜਾਜਕਾਂ ਨੂੰ, ਸ਼ਰੀਫਾਂ ਨੂੰ, ਰਈਸਾਂ ਨੂੰ ਤੇ ਬਾਕੀਆਂ ਨੂੰ ਜਿਹੜੇ ਕੰਮ ਕਰਦੇ ਸਨ ਨਾ ਦੱਸਿਆ। ਤਦ ਮੈਂ ਉਹਨਾਂ ਨੂੰ ਆਖਿਆ, ਤੁਸੀਂ ਉਸ ਦੁਰਦਸ਼ਾ ਨੂੰ ਵੇਖਦੇ ਹੋ ਜਿਹਦੇ ਵਿੱਚ ਅਸੀਂ ਹਾਂ? ਯਰੂਸ਼ਲਮ ਉੱਜੜ ਗਿਆ ਤੇ ਫਾਟਕ ਅੱਗ ਨਾਲ ਸੜ ਗਏ ਹਨ। ਆਓ ਅਸੀਂ ਯਰੂਸ਼ਲਮ ਦੀ ਕੰਧ ਨੂੰ ਬਣਾਈਏ ਵੀ ਅਸੀਂ ਕਿਸੇ ਬੋਲੀ ਵਿੱਚ ਨਾ ਆਈਏ। ਤਦ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਪਰਮੇਸ਼ਰ ਦਾ ਹੱਥ ਕਿਸ ਤਰ੍ਹਾਂ ਮੇਰੇ ਉੱਤੇ ਨੇਕੀ ਲਈ ਹੈ।
सी ते पातशाह ਦੀਆਂ ਗੱਲਾਂ ਜਿਹੜੀਆਂ ਉਸਨੇ ਮੈਨੂੰ ਆਖੀਆਂ ਸਨ। ਉਹਨਾਂ ਆਖਿਆ ਆਓ ਅਸੀਂ ਉੱਠੀਏ ਤੇ ਬਣਾਈਏ। ਤਾਂ ਉਹਨਾਂ ਨੇ ਇਸ ਨੇਕ ਕੰਮ ਲਈ ਆਪਣੇ ਹੱਥਾਂ ਨੂੰ ਤਕੜਾ ਕੀਤਾ। ਜਦ ਸਨਬਲਟ ਹੈਰੋਨੀ ਟੋਬੀਆ ਅਮੋਨੀ ਟੈਲੂਏ ਅਰਬੀ ਗਸ਼ਮ ਨੂੰ ਸੁਣਿਆ ਤਾਂ ਉਹਨਾਂ ਨੇ ਸਾਡਾ ਮਖੌਲ ਉਡਾਇਆ ਤੇ ਸਾਡੀ ਨਿੰਦਿਆ ਕੀਤੀ ਤੇ ਆਖਿਆ ਇਹ ਕਿਹੜੀ ਗੱਲ ਹੈ ਜਿਹੜੀ ਤੁਸੀਂ ਕਰਦੇ ਹੋ, ਕੀ ਤੁਸੀਂ ਪਾਤਸ਼ਾਹ ਤੋਂ ਆਖੀ ਹੋ ਜਾਓਗੇ? ਤੇ ਮੈਂ ਉਹਨਾਂ ਨੂੰ ਉੱਤਰ ਦੇ ਕੇ ਆਖਿਆ ਆਕਾਸ਼ ਦਾ ਪਰਮੇਸ਼ਵਰ ਸਾਨੂੰ ਸਫਲ ਕਰੇਗਾ, ਇਸ ਲਈ ਅਸੀਂ ਉਹਦੇ ਦਾਸ ਉੱਠਾਂਗੇ ਤੇ ਬਣਾਵਾਂਗੇ। ਨਾ ਤੁਹਾਡਾ ਹਿੱਸਾ ਨਾ ਤੁਹਾਡਾ ਹੱਕ ਯਰੂਸ਼ਲਮ ਯਾਦਗਾਰ ਵਿੱਚ ਹੈ। ਚੈਪਟਰ 3 ਕੰਮ ਦਾ ਵੰਡਿਆ ਜਾਣਾ। ਤਾਂ ਅਲਾਜੀਬ ਸਰਦਾਰ ਜਾਜਕ ਤੇ ਉਹਦੇ ਭਰਾ ਜਾਜਕ ਉੱਠੇ ਤੇ ਉਹਨਾਂ ਨੇ ਭੇਡ ਫਾਟਕ ਨੂੰ ਬਣਾਇਆ ਤੇ ਉਸਨੂੰ ਪਵਿੱਤਰ ਕੀਤਾ ਤੇ ਉਹਦੇ ਬੂਹੇ ਖੜੇ ਕੀਤੇ। ਨਾਲ ਉਹਨਾਂ ਨੇ ਹਮਿਆ ਦੇ ਬੁਰਜ ਤੇ ਹਨੇਲ ਦੇ ਬੁਰਜ ਦੀ ਉਸਨੂੰ ਪਵਿੱਤਰ ਕੀਤਾ ਤੇ ਉਹਦੇ ਅੱਗੇ ਯਰੀਹੋ ਦੇ ਮਨੁੱਖਾਂ ਨੇ ਬਣਾਇਆ ਤੇ ਉਹਦੇ ਅੱਗੇ ਇਮਰੀ ਦੇ ਪੁੱਤਰ ਜ਼ਕੂਰ ਨੇ ਬਣਾਇਆ ਤੇ ਫਿਰ ਮੱਛੀ ਫਾਟਕ ਨੂੰ ਹਸਨਾ ਦੇ ਪੁੱਤਰਾਂ ਨੇ ਬਣਾਇਆ ਤੇ ਉਹਨਾਂ ਦੇ ਤੀਰ ਬੀੜੇ ਤੇ ਬੂਹੇ ਤੇ ਚਿਟਕਣੀਆਂ ਤੇ ਅਰਲ ਲਾਏ ਤੇ ਉਹਨਾਂ ਦੇ ਨਾਲ ਹੀ ਹਕੋਸ ਦੇ ਪੋਤਰੇ ਊਰੀਆ ਦੇ ਪੁੱਤਰ ਮਰੇਮੋਤ ਨੇ ਮੁਰੰਮਤ ਕੀਤੀ ਤੇ ਉਹਨਾਂ ਦੇ ਨਾਲ ਹੀ ਮਸੇਜ ਬੇਲ ਦੇ ਪੋਤਰੇ ਬਰਕਿਆ ਦੇ ਪੁੱਤਰ ਮੁਸ਼ਲਾਮ ਨੇ ਮੁਰੰਮਤ ਕੀਤੀ। ਉਹਨਾਂ ਦੇ ਨਾਲ ਹੀ ਬੁਆਨਾ ਦੇ ਪੁੱਤਰ ਸਦੋਕ ਨੇ ਮੁਰੰਮਤ ਕੀਤੀ ਤੇ ਉਹਨਾਂ ਦੇ ਨਾਲ ਹੀ ਤਕੋਈਆਂ ਨੇ ਮੁਰੰਮਤ ਕੀਤੀ ਤੇ ਉਹਨਾਂ ਦੇ ਨਾਲ ਪਤਵੰਤੇ ਨੇ ਆਪਣੇ ਸਵਾਮੀਆਂ ਦੀ ਸੇਵਾ ਲਈ ਆਪਣੀਆਂ ਧੌਣਾਂ ਨਾਲ ਨਵਾਈਆਂ ਤੇ ਪੁਰਾਣੇ ਫਾਟਕ ਨੂੰ ਪਾਸਿਆਂ ਦੇ ਪੁੱਤਰ ਜੋ ਜ਼ਿਆਦਾ ਤੇ ਬਸੋਦੀਆ ਦੇ ਪੁੱਤਰ ਮੁਸ਼ਲਾਮ ਨੇ ਮੁਰੰਮਤ ਕੀਤੀ ਤੇ ਉਹਨਾਂ ਦੇ ਉਸ ਦੇ ਸ਼ਤੀਰ ਬੀੜੇ ਤੇ ਬੂਹੇ ਤੇ ਉਹਦੀਆਂ ਚਿਟਕਣੀਆਂ ਤੇ ਅਰਲ ਲਾਏ ਤੇ ਉਹਨਾਂ ਦੇ ਨਾਲ ਮਲਟੀਆ ਗਿਬੋਨੀ ਯਦੋਨ ਮਰਨੋਥੀ ਤੇ ਗਿਬਿਓਨ ਮਿਸਪਾ ਦੇ ਮਨੁੱਖਾਂ ਨੇ ਦਰਿਆ ਪਾਰ ਸੂਬੇ ਦੇ ਹਾਕਮ ਦੇ ਰਾਜ ਤੇ ਸਨ ਜੋ ਮੁਰੰਮਤ ਕੀਤੀ ਤੇ ਉਹਦੇ ਨਾਲ ਹੀ ਸ਼ਰਾਫਾ ਤੇ ਹਰਿਆ ਦੇ ਪੁੱਤਰ ਉਜੀਏਲ ਨੇ ਮੁਰੰਮਤ ਕੀਤੀ ਤੇ ਉਹਦੇ ਨਾਲ ਹੀ ਅਤਾਰਾਂ ਦੇ ਪੁੱਤਰਾਂ ਵਿੱਚੋਂ ਹਨਾਨਿਆ ਨੇ ਮੁਰੰਮਤ ਕੀਤੀ ਤੇ ਉਹਨਾਂ ਨੇ ਯਰੂਸ਼ਲਮ ਨੂੰ ਚੌੜੀ ਕੰਧ ਤੇ ਇੱਕ ਸਵਾਰ ਦਿੱਤਾ ਤੇ ਉਹਨਾਂ ਦੇ ਨਾਲ ਹੂਰ ਦੇ ਪੁੱਤਰ ਰਫਾਇਆ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ ਤੇ ਉਹਨਾਂ ਦੇ ਨਾਲ ਹਰੂਮਤ ਦੇ ਪੁੱਤਰ ਯਦਾਇਆ ਨੇ ਆਪਣੇ ਘਰ ਦੇ ਅੱਗੇ ਮੁਰੰਮਤ ਕੀਤੀ ਤੇ ਉਹਦੇ ਨਾਲ ਹਸ਼ਬਨਿਆ ਦੇ ਪੁੱਤਰ ਹਟੂਸ਼ ਨੇ ਮੁਰੰਮਤ ਕੀਤੀ। ਹਰੀਮ ਦੇ ਪੁੱਤਰ ਮਲਕੀਆ ਅਤੇ ਪਹਿਤ ਮੁਆਬ ਦੇ ਪੁੱਤਰ ਹਸ਼ੂਬ ਨੇ ਦੂਜੇ ਹਿੱਸੇ ਤੇ ਤੰਦੂਰਾਂ ਦੇ ਬੁਰਜ ਦੀ ਮੁਰੰਮਤ ਕੀਤੀ ਤੇ ਉਹਦੇ ਨਾਲ ਹਲੋ ਹੇਸ਼ ਦੇ ਪੁੱਤਰ ਸ਼ਲੋਮ ਨੇ ਜੋ ਯਰੂਸ਼ਲਮ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਤੇ ਉਸਨੇ ਤੇ ਉਹਦੀਆਂ ਧੀਆਂ ਨੇ ਮੁਰੰਮਤ ਕੀਤੀ। ਵਾਦੀ ਦੇ ਫਾਟਕ ਦੀ ਮੁਰੰਮਤ ਹਨੂਨ ਜਾਨੋਆ ਤੇ ਵਾਸੀਆਂ ਨੇ ਕੀਤੀ ਤੇ ਉਹਨੂੰ ਬਣਾਇਆ ਤੇ ਉਹਦੇ ਬੂਹੇ ਤੇ ਚਿਟਕਣੀਆਂ ਤੇ ਅਰਲ ਲਾਏ ਤੇ 1000 ਹੱਥ ਕੰਧ ਕੂੜੇ ਦੇ ਫਾਟਕ ਤੇ ਬਣਾਏ। ਕੂੜੇ ਦੇ ਫਾਟਕ ਨੂੰ ਰਕਾਬ ਦੇ ਪੁੱਤਰ ਮਲਕੀਆ ਨੇ ਮੁਰੰਮਤ ਕੀਤਾ ਜੋ ਬੈਤ ਹਕਾਰਮ ਦੇ ਇੱਕ ਹਿੱਸੇ ਦਾ ਸਰਦਾਰ ਸੀ ਤੇ ਉਸਨੂੰ ਬਣਾਇਆ ਤੇ ਉਹਦੇ ਬੂਹੇ ਤੇ ਚਿਟਕਣੀਆਂ ਤੇ ਉਹਦੇ ਅਰਲ ਲਾਏ। ਚਸ਼ਮੇ ਫਾਟਕ ਨੂੰ ਕਾਲ ਹੋਜ਼ਾ ਦੇ ਪੁੱਤਰ ਸ਼ਲੂਨ ਨੇ ਜੋ ਮਿਸਪਾ ਦੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤਾ ਤੇ ਉਹਨੂੰ ਬਣਾਇਆ ਤੇ ਉਹਨੂੰ ਛੱਤੇ ਤੇ ਉਹਦੇ ਬੂਹੇ ਤੇ ਉਹਦੀਆਂ ਚਿਟਕਣੀਆਂ ਤੇ ਉਹਦੇ ਅਰਲ ਲਾਏ ਤੇ ਪਾਤਸ਼ਾਹੀ ਬਾਗ ਦੇ ਕੋਲ ਛੱਲੇ ਦੇ ਨਾਲ ਉਸ ਕੰਧ ਨੂੰ ਉਹਨਾਂ ਪੌੜੀਆਂ ਤੇ ਜਿਹੜੀ ਦਾਊਦ ਦੇ ਸ਼ਹਿਰ ਵਿੱਚੋਂ ਹੇਠਾਂ ਆਉਂਦੀਆਂ ਸਨ ਬਣਾਇਆ ਤੇ ਮਗਰੋਂ ਅਜਬੂਕ ਦੇ ਪੁੱਤਰ ਨਹਿਮੀਆ ਨੇ ਜਿਹੜਾ ਸੂਰ ਦੇ ਇਲਾਕੇ ਦਾ ਸਰਦਾਰ ਸੀ ਦਾਊਦ ਦੀਆਂ ਕਬਰਾਂ ਦੇ ਸਾਹਮਣੇ ਤੀਕ ਤਾਲ ਜਿਹੜਾ ਬਣਾ ਕੇ ਤੇ ਸੂਰਬੀਰਾਂ ਦੇ ਘਰ ਤੀਕ ਮੁਰੰਮਤ ਕੀਤੀ। ਉਸ ਦੇ ਮਗਰੋਂ ਲੇਵੀਆਂ ਦੇ ਵਿੱਚੋਂ ਬਾਨੀ ਦੇ ਪੁੱਤਰ ਰਹੂਮ ਨੇ ਮੁਰੰਮਤ ਕੀਤੀ ਤੇ ਉਹਦੇ ਨਾਲ ਹਸ਼ਬਿਆ ਜੋ ਕਈਲਾ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਤੇ ਆਪਣੇ ਹਲਕੇ ਦੀ ਮੁਰੰਮਤ ਕੀਤੀ ਤੇ ਉਹਦੇ ਮਗਰੋਂ ਦੇ ਭਰਾਵਾਂ ਵਿੱਚੋਂ ਦਾਦ ਨੇ ਦੇ ਪੁੱਤਰ ਬਵਈ ਨੇ ਜਿਹੜਾ ਕਈਲਾ ਦੇ ਅੱਧੇ ਇਲਾਕੇ ਦਾ ਸਰਦਾਰ ਸੀ ਮੁਰੰਮਤ ਕੀਤੀ। ਇਸ ਨਾਲ ਜੇਸ਼ੂ ਦੇ ਪੁੱਤਰ ਨੇ ਜਿਹੜਾ ਮਿਸਪਾ ਦਾ ਸਰਦਾਰ ਸੀ ਉਹਨੇ ਵੀ ਦੂਜੇ ਹਿੱਸੇ ਦੇ ਸ਼ਸਤਰਖਾਨੇ ਦੀ ਚੜਾਈ ਤੇ ਸਾਹਮਣੇ ਤੇ ਮੋੜ ਦੀ ਮੁਰੰਮਤ ਕੀਤੀ। ਉਹਦੇ ਮਗਰੋਂ ਜ਼ਬੀ ਦੇ ਪੁੱਤਰ ਬਰੂਕ ਨੇ ਦਿਲ ਲਾ ਕੇ ਦੂਜੇ ਹਿੱਸੇ ਦੀ ਮੁਰੰਮਤ ਉਸ ਮੋੜ ਤੋਂ ਲੈ ਕੇ ਅਲੀਸ਼ੀਬ ਸਰਦਾਰ ਜਾਜਕ ਦੇ ਦਰਵਾਜ਼ੇ ਤੇ ਕੀਤੀ। ਉਹਦੇ ਮਗਰੋਂ ਹਕੋਸ ਦੇ ਪੁੱਤਰ ਊਰੀਆ ਦੇ ਪੁੱਤਰ ਮਰੇਮੋਤ ਨੇ ਦੂਜੇ ਹਿੱਸੇ ਦੀ ਅਲੀਸ਼ੀਬ ਦੇ ਘਰ ਦੇ ਬੂਹੇ ਤੋਂ ਅਲੀਸ਼ੀਬ ਦੇ ਘਰ ਦੇ ਆਖਰ ਤੱਕ ਮੁਰੰਮਤ ਕੀਤੀ। ਉਹਨਾਂ ਦੇ ਮਗਰੋਂ ਜਾਜਕਾਂ ਨੇ ਮੁਰੰਮਤ ਕੀਤੀ ਤੇ ਮੈਦਾਨ ਦੇ ਜਿਹੜੇ ਮਨੁੱਖ ਸਨ ਤਾਂ ਉਸ ਦੇ ਮਗਰੋਂ ਬਿਨਯਾਮੀਨ ਹਸ਼ੂਬ ਆਪਣੇ ਘਰ ਸਾਹਮਣੇ ਤੇ ਮੁਰੰਮਤ ਕੀਤੀ। ਉਹਦੇ ਮਗਰੋਂ ਅਨਨਿਆ ਦੇ ਪੋਤਰੇ ਮਾਸ਼ੀਆ ਦੇ ਪੁੱਤਰ ਅਜ਼ਰਿਆ ਨੇ ਆਪਣੇ ਘਰ ਦੇ ਨਾਲ ਮੁਰੰਮਤ ਕੀਤੀ। ਉਹਦੇ ਮਗਰੋਂ ਹਿਨਾਦਾਦ ਦੇ ਪੁੱਤਰ ਬਿਨੋਈ ਨੇ ਅਜ਼ਰਿਆ ਤੇ ਘਰ ਤੋਂ ਲੈ ਕੇ ਮੋੜ ਤੱਕ ਇੱਕ ਨੁੱਕਰ ਤੇ ਦੂਸਰੇ ਹਿੱਸੇ ਦੀ ਮੁਰੰਮਤ ਕੀਤੀ। ਊਜ ਦੇ ਪੁੱਤਰ ਪਲਾਲ ਨੇ ਉਸ ਮੋੜ ਤੇ ਬੁਰਜ ਦੇ ਸਾਹਮਣੇ ਤੋਂ ਪਾਤਸ਼ਾਹ ਦੇ ਉੱਪਰਲੇ ਮਹਿਲ ਤੋਂ ਜੋ ਅੱਗੋਂ ਨਿਕਲਦਾ ਸੀ ਜਿਹੜਾ ਬੰਦੀਖਾਨੇ ਦੇ ਦਲਾਨ ਦੇ ਨਾਲ ਸੀ ਮੁਰੰਮਤ ਕੀਤੀ। ਉਹਦੇ ਮਗਰੋਂ ਪਰੋਸ਼ ਦੇ ਪੁੱਤਰ ਪਦਾਇਆ ਨੇ ਅਤੇ ਨਥੀਨੀਮ ਜੋ ਓਫਲ ਵਿੱਚ ਵਸਦੇ ਸਨ ਫਾਟਕ ਦੇ ਸਾਹਮਣੇ ਤੇ ਇੱਕ ਪੂਰਬ ਵੱਲ ਨਿਕਲਵੇਂ ਬੁਰਜ ਦੀ ਉਹਦੇ ਮਗਰੋਂ ਤਕੋਈਆਂ ਨੇ ਵੱਡੇ ਬੁਰਜ ਦੇ ਸਾਹਮਣੇ ਤੋਂ ਜਿਹੜਾ ਬਾਹਰ ਨਿਕਲਵਾ ਸੀ ਓਫਲ ਦੀ ਕੰਧ ਤੇ ਦੂਜੇ ਹਿੱਸੇ ਦੀ ਮੁਰੰਮਤ ਕੀਤੀ।
ਘੋੜ ਫਾਟਕ ਦੇ ਉੱਤੋਂ ਲੈ ਕੇ ਜਾਜਕਾ ਅਰਥਾਤ ਹਰ ਮਨੁੱਖ ਨੇ ਆਪਣੇ ਘਰ ਦੇ ਦੀ ਮੁਰੰਮਤ ਕੀਤੀ ਤੇ ਉਹਨਾਂ ਦੇ ਮਗਰੋਂ ਇਮੇਰ ਦੇ ਪੁੱਤਰ ਸਦੋਕ ਨੇ ਆਪਣੇ ਘਰ ਦੇ ਦੀ ਮੁਰੰਮਤ ਕੀਤੀ ਤੇ ਉਸ ਦੇ ਮਗਰੋਂ ਪੂਰਬੀ ਫਾਟਕ ਦੇ ਰਾਖੇ ਸਕਨਿਆ ਦੇ ਪੁੱਤਰ ਸਮਾਇਆ ਨੇ ਮੁਰੰਮਤ ਕੀਤੀ ਤੇ ਉਹਦੇ ਮਗਰੋਂ ਸਲਮਿਆ ਦੇ ਪੁੱਤਰ ਹਨਨਿਆ ਅਤੇ ਹਾਨੂਨ ਨੇ ਜਿਹੜਾ ਸਾਲਾਫ ਦਾ 6ਵਾਂ ਪੁੱਤਰ ਸੀ ਦੂਜੇ ਹਿੱਸੇ ਦੀ ਮੁਰੰਮਤ ਕੀਤੀ। ਉਹਦੇ ਮਗਰੋਂ ਵਰਕਿਆ ਦੇ ਪੁੱਤਰ ਮੁਸਲਾਮ ਨੇ ਆਪਣੀ ਕੋਠੜੀ ਦੇ ਅੱਗੇ ਮੁਰੰਮਤ ਕੀਤੀ ਤੇ ਉਹਦੇ ਮਗਰੋਂ ਸਰਾਫ ਦੇ ਪੁੱਤਰ ਮਲਕੀਆ ਨੇ ਨਥੀ ਨੀਮ ਦੇ ਅਤੇ ਵਪਾਰੀਆਂ ਦੇ ਘਰ ਤੇ ਮਿਫਕਾਦ ਦੇ ਸਾਹਮਣੇ ਫਾਟਕ ਦੇ ਸਾਹਮਣੇ ਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੱਕ ਮੁਰੰਮਤ ਕੀਤੀ ਤੇ ਉੱਪਰ ਦੀ ਕੋਠੜੀ ਦੀ ਨੁੱਕਰ ਤੋਂ ਭੇਡ ਫਾਟਕ ਦੇ ਵਿਚਲੇ ਸਰਾਫਾ ਤੇ ਵਪਾਰੀਆਂ ਨੇ ਮੁਰੰਮਤ ਕੀਤੀ। ਚੈਪਟਰ 4 ਦੁਸ਼ਮਣਾਂ ਤੋਂ ਰਾਖੀ। ਇਹ ਹੋਇਆ ਜਦ ਸਨਬਲਟ ਨੇ ਸੁਣਿਆ ਕਿ ਅਸੀਂ ਕੰਧ ਬਣਾਉਂਦੇ ਆ ਤੇ ਉਹਨੂੰ ਗੁੱਸਾ ਚੜਿਆ, ਬਹੁਤ ਨਾਰਾਜ਼ ਹੋਇਆ। ਯਹੂਦੀਆਂ ਨੂੰ ਇਕੱਠੇ ਕੀਤੇ ਆਪਣੇ ਭਰਾਵਾਂ ਤੇ ਸਾਹਮਣੇ ਦੇ ਲਸ਼ਕਰ ਦੇ ਕੇ ਕਹਿੰਦਾ ਕਿ ਇਹ ਯਹੂਦੀ ਕੀ ਕਰਦੇ ਹਨ ਤੇ ਆਪਣੇ ਲਈ ਮੋਰਚੇ ਬਣਾ ਰਹੇ ਹਨ, ਕੀ ਇਹ ਬਲੀਆਂ ਚੜਾਉਣਗੇ, ਕੀ ਇਹ ਇੱਕੋ ਹੀ ਦਿਨ ਸਭ ਕੁਝ ਬਣਾ ਲੈਣਗੇ, ਕੀ ਉਹ ਪੱਥਰਾਂ ਨੂੰ ਕੂੜੇ ਦੇ ਸੜੇ ਹੋਏ ਢੇਰਾਂ ਵਿੱਚ ਚੁੱਕ ਕੇ ਨਵੇਂ ਬਣਾ ਲੈਣਗੇ। ਤਾਂ ਟੋਬੀਆ ਇਮੋਨੀ ਨੇ ਜਿਹੜਾ ਉਹਦੇ ਕੋਲ ਸੀ ਆਖਿਆ ਕਿ ਇਹ ਜੋ ਬਣਾਉਂਦੇ ਹਨ ਇੱਕ ਲੂੰਬੜੀ ਇਹਦੇ ਉੱਤੇ ਚੜ ਜਾਵੇ ਤਾਂ ਪੱਥਰਾਂ ਦੀ ਇਸ ਕੰਧ ਨੂੰ ਢਾਹ ਦੇਗੀ ਤੇ ਸਾਡੇ ਪਰਮੇਸ਼ਵਰ ਸਾਡੀ ਸੁਣ ਕੇ ਜੋ ਸਾਡੀ ਵਿਪੱਤੀ ਹੁੰਦੀ ਇਸ ਨਿੰਦਿਆ ਨੂੰ ਮੋੜ ਉਹਨਾਂ ਦੇ ਸਿਰ ਉੱਤੇ ਪਾ ਦੇ ਤੇ ਸੀਰੀ ਦੇ ਦੇਸ਼ ਵਿੱਚ ਉਹਨਾਂ ਨੂੰ ਲੁੱਟ ਦਾ ਮਾਲ ਬਣਾ ਤੇ ਉਹਨਾਂ ਦੀ ਬੁਰਾਈ ਨੂੰ ਨਾ ਢੱਕ, ਉਹਨਾਂ ਦੇ ਪਾਪ ਨੂੰ ਆਪਣੇ ਅੱਗੋਂ ਨਾ ਮਿਟਾ। ਤੇ ਕਿਉਂ ਜੋ ਉਹਨਾਂ ਨੇ ਤੇਰੇ ਕਹਿਰ ਨੂੰ ਕਾਰੀਗਰਾਂ ਦੇ ਅੱਗੇ ਭੜਕਾਇਆ ਸੋ ਅਸੀਂ ਇਸ ਕੰਧ ਨੂੰ ਬਣਾਉਂਦੇ ਆ ਅਤੇ ਸਾਰੀ ਕੰਧ ਅੱਧ ਤੱਕ ਜੋੜੀ ਗਈ। ਕਿਉਂ ਜੋ ਲੋਕ ਦਿਲ ਨਾਲ ਕੰਮ ਕਰਦੇ ਸਨ। ਇਹ ਹੋਇਆ ਕਿ ਸਨਬਲ, ਟੋਬੀਆ, ਅਰਬੀਆਂ, ਅਮੋਨੀਆ ਤੇ ਅਸ਼ਦੋਦੀਆਂ ਨੇ ਸੁਣਿਆ ਕਿ ਯਰੂਸ਼ਲਮ ਦੀਆਂ ਕੰਧਾਂ ਦੀ ਮੁਰੰਮਤ ਹੁੰਦੀ ਪਈ ਹੈ ਤੇ ਉਹਨਾਂ ਦੇ ਖੱਪੇ ਮਿਲਦੇ ਜਾਂਦੇ ਹਨ ਤੇ ਉਹ ਬਹੁਤ ਸੜ ਭੁੱਜ ਗਿਆ ਤੇ ਉਹਨਾਂ ਸਾਰਿਆਂ ਨੇ ਇੱਕ ਮਨ ਹੋ ਕੇ ਮਤਾ ਪਕਾਇਆ ਕਿ ਯਰੂਸ਼ਲਮ ਨਾਲ ਲੜੀਏ, ਉਹਦੇ ਕੰਮਾਂ ਵਿੱਚ ਧਾਂਦਲ ਪਾਈਏ। ਅਸੀਂ ਆਪਣੇ ਪਰਮੇਸ਼ਰ ਦੀ ਪ੍ਰਾਰਥਨਾ ਕਰਦੇ ਉਹਨਾਂ ਦੇ ਕਾਰਨ ਆਪਣੇ ਕਈ ਦਿਨ ਰਾਤ ਉਹਨਾਂ ਦੇ ਵਿਰੁੱਧ ਪਹਿਰਾ ਖੜਾ ਕੀਤਾ। ਯਹੂਦਾ ਨੇ ਆਖਿਆ ਕਿ ਭਾਰ ਚੁੱਕਣ ਵਾਲਿਆਂ ਦਾ ਬਲ ਘਟਦਾ ਜਾਂਦਾ ਹੈ, ਮਲਬਾ ਬਹੁਤ ਪਿਆ ਹੋਇਆ ਤੇ ਅਸੀਂ ਕੰਧ ਨੂੰ ਨਹੀਂ ਬਣਾ ਸਕਦੇ। ਸਾਡੇ ਵਿਰੋਧੀਆਂ ਨੇ ਆਖਿਆ ਜਦ ਤੱਕ ਅਸੀਂ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਵੱਢ ਨਾ ਸੁੱਟੀਏ, ਉਹਨਾਂ ਦੇ ਕੰਮ ਨੂੰ ਡੱਕ ਨਾ ਦੇਈਏ, ਤਦ ਤੱਕ ਉਹ ਨਾ ਜਾਣਗੇ ਤੇ ਨਾ ਹੀ ਵੇਖਣਗੇ। ਤਾਂ ਇਹ ਹੋਇਆ ਕਿ ਜਦ ਯਹੂਦੀ ਜਿਹੜੇ ਉਹਨਾਂ ਦੇ ਨੇੜੇ ਤੇੜੇ ਵਸਦੇ ਸਨ ਆਏ ਤਾਂ ਉਹਨਾਂ ਨੇ ਆ ਕੇ ਸਾਨੂੰ 10 ਵਾਰ ਆਖਿਆ ਕਿ ਉਹ ਸਾਰਿਆਂ ਥਾਵਾਂ ਵਿੱਚ ਜਿਹੜੇ ਸਾਡੇ ਤੇ ਚੜ੍ਹ ਆਉਣਗੇ। ਇਸ ਲਈ ਮੈਂ ਨੀਵੀਆਂ ਥਾਵਾਂ ਵਿੱਚ ਕੰਧ ਦੇ ਪਿੱਛੇ ਖੁੱਲ੍ਹੀਆਂ ਥਾਵਾਂ ਵਿੱਚ ਲੋਕਾਂ ਨੂੰ ਉਹਨਾਂ ਦੇ ਟੱਬਰ ਅਨੁਸਾਰ ਆਪਣੀਆਂ ਤਲਵਾਰਾਂ ਤੇ ਬਰਸ਼ੀਆਂ ਤੇ ਆਪਣੇ ਕਮਾਨਾਂ ਨਾਲ ਖੜੇ ਕੀਤਾ ਤੇ ਮੈਂ ਵੇਖਿਆ ਤੇ ਉੱਠਿਆ ਤੇ ਉਹਨਾਂ ਸ਼ਰੀਫਾਂ ਤੇ ਰਈਸਾਂ ਤੇ ਬਾਕੀ ਲੋਕਾਂ ਨੂੰ ਕਿਹਾ ਕਿ ਤੁਸੀਂ ਨਾ ਡਰੋ ਉਹਨਾਂ ਕੋਲੋਂ। ਪ੍ਰਭੂ ਨੂੰ ਜਿਹੜਾ ਵੱਡਾ ਤੇ ਪੈਦਾ ਕੇ ਯਾਦ ਰੱਖੋ, ਆਪਣੇ ਭਰਾਵਾਂ ਤੇ ਆਪਣੇ ਪੁੱਤਾਂ ਲਈ, ਆਪਣੇ ਧੀਆਂ ਲਈ, ਆਪਣੀ ਪਤਨੀਆਂ ਲਈ, ਆਪਣੇ ਘਰਾਂ ਲਈ ਲੜੋ। ਤਾਂ ਇਹ ਹੋਇਆ ਕਿ ਜਦ ਸਾਡੀ ਵੈਰੀਆਂ ਨੇ ਸੁਣਿਆ ਤੇ ਇਸ ਗੱਲ ਦਾ ਸਾਨੂੰ ਪਤਾ ਲੱਗ ਗਿਆ, ਪਰਮੇਸ਼ਰ ਉਹਨਾਂ ਦੇ ਮਤੇ ਨੂੰ ਤੁੱਛ ਕਰ ਦਿੱਤਾ ਤੇ ਸਾਰੇ ਦੇ ਸਾਰੇ ਕੰਧ ਵੱਲ ਮੁੜ ਆਏ ਤੇ ਹਰ ਮਨੁੱਖ ਨੂੰ ਆਪਣੇ ਕੰਮ ਨੂੰ ਗਿਆ। ਤਾਂ ਇਹ ਹੋਇਆ ਕਿ ਉਸ ਦਿਨ ਤੋਂ ਅੱਗੇ ਨੂੰ ਮੇਰੇ ਅੱਧੇ ਜਵਾਨ ਕੰਮ ਤੇ ਲੱਗੇ ਰਹਿੰਦੇ ਸਨ ਤੇ ਬਾਕੀ ਅੱਧੇ ਬਰਸ਼ੀਆਂ ਤੇ ਢਾਲਾਂ ਤੇ ਕਮਾਨਾਂ ਲੈ ਕੇ ਸੰਜੋਆ ਪਾ ਕੇ ਸਰਦਾਰ ਯਹੂਦਾ ਦੇ ਸਾਰੇ ਘਰਾਣੇ ਦੇ ਪਿੱਛੇ ਪਿੱਛੇ ਸਨ। ਜਿਹੜੇ ਕੰਧ ਬਣਾਉਂਦੇ ਸਨ, ਜਿਹੜੇ ਭਾਰ ਚੁੱਕਦੇ ਸਨ, ਇੱਕ ਹੱਥ ਨਾਲ ਕੰਮ ਕਰਦੇ ਸਨ, ਦੂਜੇ ਹੱਥ ਨਾਲ ਵਸਤਰ ਫੜਦੇ ਸਨ ਤੇ ਬਣਾਉਣ ਵਾਲੇ ਮਨੁੱਖ ਹੋਰ ਕਮਰ ਕੱਸਿਆਂ ਵਿੱਚ ਆਪਣੀਆਂ ਤਲਵਾਰਾਂ ਰੱਖ ਕੇ ਬਣਾਉਂਦੇ ਸਨ ਤੇ ਨਰਸਿੰਗੇ ਦਾ ਫੂਕਣ ਵਾਲਾ ਮੇਰੇ ਕੋਲ ਸੀ। ਮੈਂ ਸ਼ਰੀਫਾਂ ਤੇ ਰਈਸਾਂ ਦੇ ਬਾਕੀ ਦੇ ਲੋਕਾਂ ਨੂੰ ਆਖਿਆ ਕਿ ਕੰਮ ਬਹੁਤ ਫੈਲਿਆ ਹੋਇਆ, ਅਸੀਂ ਕੰਧ ਉੱਤੇ ਖਿਲਰੇ ਹੋਏ ਇੱਕ ਦੂਜੇ ਤੋਂ ਦੂਰ ਹਾਂ। ਜਿਸ ਥਾਂ ਤੇ ਤੁਸੀਂ ਨਰਸਿੰਗੇ ਦੀ ਆਵਾਜ਼ ਨੂੰ ਸੁਣੋ ਉੱਧਰ ਹੀ ਸਾਡੇ ਕੋਲ ਇਕੱਠੇ ਹੋ ਜਾਓ, ਸਾਡਾ ਪਰਮੇਸ਼ਰ ਸਾਡੇ ਲਈ ਲੜੇਗਾ। ਅਸੀਂ ਕੰਮ ਕਰਦੇ ਗਏ, ਅੱਧੇ ਉਹਨਾਂ ਵਿੱਚੋਂ ਸੂਰ ਚੜ੍ਹਨ ਵਾਲੇ ਤਾਰਿਆਂ ਵਿਖਾਈ ਦੇਣ ਵਾਲਿਆਂ ਤੇ ਇੱਕ ਬਰਸ਼ਿਆਂ ਨੂੰ ਥੰਮੀ ਰੱਖਦੇ। ਨਾਲੇ ਉਸੇ ਵੇਲੇ ਲੋਕਾਂ ਨੂੰ ਆਖਿਆ ਹਰ ਮਨੁੱਖ ਜਵਾਨ ਸਣੇ ਯਰੂਸ਼ਲਮ ਵਿੱਚ ਰਾਤ ਕੱਟੇ, ਜੋ ਰਾਤ ਨੂੰ ਸਾਡੇ ਲਈ ਪਹਿਰਾ ਦੇਣ ਅਤੇ ਦਿਨ ਨੂੰ ਕੰਮ ਕਰਨ। ਸੋ ਨਾ ਮੈਂ ਕਦੀ ਕੱਪੜੇ ਲਾਏ ਤੇ ਨਾ ਹੀ ਮੇਰੇ ਭਰਾਵਾਂ ਨੇ, ਨਾ ਮੇਰੇ ਜਵਾਨਾਂ ਨੇ ਤੇ ਨਾ ਹੀ ਉਹਨਾਂ ਲੋਕਾਂ ਨੇ ਜਿਹੜੇ ਰਾਖੀ ਸਾਡੇ ਨਾਲ ਸਨ। ਸਗੋਂ ਹਰ ਮਨੁੱਖ ਪਾਣੀ ਪੀਣ ਲਈ ਆਪਣਾ ਸ਼ਸਤਰ ਨਾਲ ਰੱਖਦਾ ਸੀ। ਨਹਿਮੀਆ ਦੀ ਧਨੀਆਂ ਨੂੰ ਚਿੜਕ ਚੈਪਟਰ 5। ਤੇ ਲੋਕਾਂ ਨੇ ਉਹਨਾਂ ਦੀਆਂ ਔਰਤਾਂ ਵੱਲੋਂ ਜਿਹੜੇ ਵੀ ਯਹੂਦੀ ਭਰਾਵਾਂ ਦੇ ਵਿਰੁੱਧ ਇੱਕ ਵੱਡੀ ਦੁਹਾਈ ਮਚ ਗਈ ਤੇ ਕਈ ਸਨ ਜਿਹੜੇ ਕਹਿੰਦੇ ਸਨ ਸਾਡੇ ਪੁੱਤ ਸਾਡੀਆਂ ਧੀਆਂ, ਅਸੀਂ ਬਹੁਤ ਸਾਰਿਆਂ ਸਾਨੂੰ ਆਨੰਦ ਆਇਆ ਜਾਵੇ, ਅਸੀਂ ਖਾ ਕੇ ਰੱਜੀਏ। ਕਈ ਸਨ ਜਿਹੜੇ ਉਹਨਾਂ 'ਚ ਕਹਿੰਦੇ ਆਪਣੇ ਖੇਤ ਤੇ ਅੰਗੂਰੀ ਬਾਗ ਤੇ ਆਪਣੇ ਘਰ ਗਿਰਵੀ ਰੱਖ ਦਿੰਦੇ ਹਾਂ, ਅਸੀਂ ਘਰ ਲਈ ਅੰਨ ਲੈ ਸਕੀਏ। ਕਈ ਕਹਿੰਦੇ ਸਨ ਕਿ ਅਸੀਂ ਆਪਣੇ ਖੇਤਾਂ ਤੇ ਅੰਗੂਰੀ ਬਾਗਾਂ ਨੂੰ ਗਿਰਵੀ ਰੱਖ ਕੇ ਪਾਤਸ਼ਾਹ ਦੇ ਮਾਮਲੇ 'ਚ ਚਾਂਦੀ ਉਧਾਰ ਲਈ। ਹੁਣ ਸਾਡਾ ਸਰੀਰ ਸਾਡੇ ਭਰਾਵਾਂ ਦੇ ਸਰੀਰਾਂ ਵਰਗਾ, ਸਾਡੇ ਬੱਚੇ ਉਹਨਾਂ ਦੇ ਬੱਚਿਆਂ ਵਰਗਿਆਂ ਵੇਖੋ, ਅਸੀਂ ਆਪਣੇ ਪੁੱਤੀਆਂ ਆਪਣੇ ਟਹਿਲੂਏ ਹੋਣ ਲਈ ਗੁਲਾਮੀ ਵਿੱਚ ਦਿੰਦੇ ਹਾਂ। ਸਾਡੀਆਂ ਧੀਆਂ ਸਾਡੇ ਵਿੱਚੋਂ ਗੋਲੀਆਂ ਹੋ ਚੁੱਕੀਆਂ, ਸਾਡਾ ਕੁਝ ਵਸ ਨਹੀਂ ਚੱਲਦਾ, ਕੁਝ ਸਾਡੇ ਖੇਤ ਅੰਗੂਰੀ ਬਾਗ ਦੂਜਿਆਂ ਕੋਲ ਹਨ। ਜਦੋਂ ਮੈਂ ਇਹਨਾਂ ਦੀ ਦੁਹਾਈ ਨੂੰ ਤੇ ਇਹਨਾਂ ਗੱਲਾਂ ਨੂੰ ਸੁਣਿਆ ਤਦ ਮੈਨੂੰ ਵੀ ਵੱਡਾ ਗੁੱਸਾ ਆਇਆ
ਉਹਨਾਂ ਉੱਤੇ। ਤੇ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਸ਼ਰੀਫਾ ਤੇ ਰਈਸਾਂ ਨਾਲ ਝਗੜਾ ਕੀਤਾ ਤੇ ਉਹਨਾਂ ਨੂੰ ਆਖਿਆ, ਤੁਹਾਡੇ ਵਿੱਚੋਂ ਹਰ ਮਨੁੱਖ ਆਪਣੇ ਭਰਾ ਕੋਲੋਂ ਵਿਆਜ ਲੈਂਦਾ ਹੈ। ਤੇ ਉਹਨਾਂ ਦੇ ਵਿਰੁੱਧ ਇੱਕ ਵੱਡੀ ਸਭਾ ਇਕੱਠੀ ਕੀਤੀ ਤੇ ਮੈਂ ਉਹਨਾਂ ਨੂੰ ਆਖਿਆ ਕਿ ਤੁਸੀਂ ਆਪਣੇ ਵਿੱਤ ਅਨੁਸਾਰ ਆਪਣੇ ਯਹੂਦੀ ਭਰਾਵਾਂ ਨੂੰ ਜਿਹੜੇ ਗੈਰ ਕੌਮਾਂ ਦੇ ਹੱਥ ਵਿਕ ਗਏ ਹਨ ਛੁਡਾਇਆ, ਤੇ ਕੀ ਤੁਸੀਂ ਆਪਣੇ ਭਰਾਵਾਂ ਨੂੰ ਵੇਚ ਦਿਓਗੇ ਕਿ ਉਹ ਸਾਡੇ ਕੋਲ ਵਿਕ ਜਾਣਗੇ? ਤਾਂ ਉਹ ਚੁੱਪ ਹੋ ਗਏ ਤੇ ਕੋਈ ਗੱਲ ਨਾ ਆਖੀ। ਫਿਰ ਉਹਨਾਂ ਨੂੰ ਆਖਿਆ, ਤੁਸੀਂ ਕੀ ਕਰਦੇ ਹੋ? ਇਹ ਚੰਗੀ ਗੱਲ ਨਹੀਂ ਕਿ ਤੁਹਾਨੂੰ ਦੁਸ਼ਮਣ ਕੌਮਾਂ ਦੇ ਕੁਫਰ ਦੇ ਕਾਰਨ ਪਰਮੇਸ਼ਰ ਦੇ ਭੈ ਵਿੱਚ ਨਹੀਂ ਸੀ ਚੱਲਣਾ ਚਾਹੀਦਾ। ਤੇ ਮੈਂ ਤੇ ਆਪਣੇ ਭਰਾ ਤੇ ਆਪਣੇ ਜਵਾਨ ਉਹਨਾਂ ਨੂੰ ਚਾਂਦੀ ਤੇ ਅੰਨ ਦੇ ਲਈ ਜੋ ਤੁਸੀਂ ਉਧਾਰ ਦੇ ਰਹੇ ਹੋ ਤੇ ਇਹ ਵਿਆਜ ਛੱਡ ਦਈਏ। ਕਿਰਪਾ ਕਰਕੇ ਅੱਜ ਹੀ ਉਹਨਾਂ ਦੇ ਖੇਤ ਤੇ ਉਹਨਾਂ ਦੇ ਅੰਗੂਰੀ ਬਾਗ ਤੇ ਉਹਨਾਂ ਦੇ ਜੈਤੂਨ ਦੇ ਬਾਗ ਤੇ ਉਹਨਾਂ ਦੇ ਘਰ ਤੇ ਚਾਂਦੀ ਦਾ ਔਰ ਅੰਨ ਤੇ ਮੈਂ ਤੇਲ ਦਾ 100ਵਾਂ ਹਿੱਸਾ ਜਿਹੜਾ ਤੁਸੀਂ ਉਹਨਾਂ ਤੋਂ ਹਿੱਕ ਦੇ ਧੱਕੇ ਨਾਲ ਲੈ ਉਹਨਾਂ ਨੂੰ ਮੋੜ ਦਿਓ। ਤੇ ਉਹਨਾਂ ਨੇ ਆਖਿਆ, ਅਸੀਂ ਮੋੜ ਦਿਆਂਗੇ, ਉਹਨਾਂ ਕੋਲੋਂ ਕੁਛ ਨਹੀਂ ਲਵਾਂਗੇ, ਅਸੀਂ ਉੱਦਾਂ ਹੀ ਕਰਾਂਗੇ ਜਿੱਦਾਂ ਤੂੰ ਕਿਹਾ, ਜਿੱਦਾਂ ਵੀ ਤੁਸੀਂ ਆਖਿਆ। ਤਦ ਮੈਂ ਜਾਜਕਾਂ ਨੂੰ ਸੱਦਿਆ ਤੇ ਉਹਨਾਂ ਨੂੰ ਸਹੁੰ ਖਵਾਈ ਵੀ ਇਸ ਵਾਅਦੇ ਦੇ ਅਨੁਸਾਰ ਕਰੋ, ਤੇ ਨਾਲੇ ਆਪਣੇ ਪੱਲੇ ਝਾੜੇ ਤੇ ਆਖਿਆ ਕਿ ਪਰਮੇਸ਼ਰ ਇਵੇਂ ਹੀ ਹਰ ਇੱਕ ਮਨੁੱਖ ਨੂੰ ਤੇ ਘਰ ਤੋਂ ਤੇ ਉਸਦੀ ਕਮਾਈ ਤੋਂ ਝਾੜ ਦੇਵੇ ਜਿਹੜਾ ਇਸ ਵਾਅਦੇ ਦੇ ਉੱਤੇ ਕਾਮ ਨਾ ਰਵੇ। ਤੋ ਇਵੇਂ ਹੀ ਝਾੜਿਆ ਜਾਵੇ ਤੇ ਸਖਣਾ ਕੀਤਾ ਜਾਵੇ। ਤੇ ਸਾਰੀ ਸਭਾ ਨੇ ਆਖਿਆ ਆਮੀਨ ਅਤੇ ਜੋ ਉਹਦੀ ਉਸਤਤ ਕੀਤੀ ਤੇ ਲੋਕਾਂ ਨੇ ਇਸ ਵਾਅਦੇ ਦੇ ਅਨੁਸਾਰ ਕੰਮ ਕੀਤਾ। ਤੇ ਨਾਲੇ ਅੱਜ ਤੋਂ ਜਦ ਤੋਂ ਮੈਂ ਯਹੂਦਾ ਦੇ ਦੇਸ਼ ਉੱਤੇ ਹਾਕਮ ਬਣਾਇਆ ਗਿਆ, ਅਰਥਾਤ ਅਰਤਸ਼ਸ਼ਤਾ ਦੇ ਰਾਜ ਦੇ 20ਵੇਂ ਵਰ੍ਹੇ ਤੋਂ 32ਵੇਂ ਵਰ੍ਹੇ ਤੱਕ ਇਹਨਾਂ 12 ਵਰ੍ਹਿਆਂ ਵਿੱਚ ਮੇਰੇ ਭਰਾਵਾਂ ਨੇ ਹਾਕਮੀ ਦੀ ਰੋਟੀ ਨਾ ਖਾਧੀ। ਪਰ ਜਿਹੜੇ ਹਾਕਮ ਮੇਰੇ ਤੋਂ ਪਹਿਲਾਂ ਸਨ ਤੇ ਉਹ ਲੋਕਾਂ ਉੱਤੇ ਇੱਕ ਬੋਝ ਸਨ ਤੇ ਉਹਨਾਂ ਤੋਂ ਰੋਟੀ ਮੈਂ ਚਾਂਦੀ 40 ਰੁਪਏ ਵੀ ਲੈਂਦੇ ਸਨ ਤੇ ਉਹਨਾਂ ਦੇ ਜਵਾਨ ਲੋਕਾਂ ਦੇ ਉੱਤੇ ਹੁਕੂਮਤ ਵੀ ਕਰਦੇ ਸਨ। ਪਰ ਪਰਮੇਸ਼ਰ ਦੇ ਭੈ ਦੇ ਕਾਰਨ ਮੈਂ ਉੱਦਾਂ ਨਹੀਂ ਕੀਤਾ ਅਤੇ ਮੈਂ ਇਸ ਕੰਧ ਦੇ ਕੰਮ ਵਿੱਚ ਤਕੜਾਈ ਨਾਲ ਲੱਗਿਆ ਰਿਹਾ ਤੇ ਅਸੀਂ ਖੇਤ ਉੱਕੇ ਹੀ ਮੁੱਲ ਨਾ ਲੈ ਤੇ ਨਾਲ ਮੇਰੇ ਸਾਰੇ ਜਵਾਨ ਉੱਥੇ ਕੰਮ ਦੇ ਉੱਤੇ ਇਕੱਠੇ ਰਹੇ ਅਤੇ ਮੇਰੇ ਲੰਗਰ ਵਿੱਚੋਂ ਖਾਣ ਵਾਲੇ ਉਹਨਾਂ ਤੋਂ ਬਿਨਾਂ ਜਿਹੜੇ ਆਲੇ ਦੁਆਲੇ ਦੀਆਂ ਕੌਮਾਂ ਵਿੱਚ ਆਉਂਦੇ ਸਨ 150 ਯਹੂਦੀ ਦੇ ਸ਼ਰੀਫ ਸਨ ਜਿਹੜਾ ਇੱਕ ਦਿਨ ਲਈ ਤਿਆਰ ਕੀਤਾ ਜਾਂਦਾ ਸੀ। ਤੇ ਉਹ ਇਹ ਸੀ, ਇੱਕ ਵਿਹੜਾ 6 ਪਲੀਆਂ ਹੋਈਆਂ ਭੇਡਾਂ ਔਰ ਮੁਰਗੀਆਂ ਮੇਰੇ ਲਈ ਤਿਆਰ ਹੁੰਦੀਆਂ ਸਨ। 10 ਵਿੱਚ ਇੱਕ ਵਾਰ ਮੈਂ ਹਰ ਕਿਸਮ ਦੀ ਵਾਫਰੀ ਵੀ ਹੁੰਦੀ ਸੀ। ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ ਵੀ ਮੈਂ ਹਾਕਮੀ ਦੀ ਰੋਟੀ ਨੂੰ ਨਾ ਖਾਣੀ ਚਾਹੀ, ਕਿਉਂਕਿ ਇਹਨਾਂ ਲੋਕਾਂ ਉੱਤੇ ਗੁਲਾਮੀ ਦਾ ਵੱਡਾ ਭਾਰ ਸੀ। ਤੇ ਮੇਰੇ ਪਰਮੇਸ਼ਰ ਮੈਨੂੰ ਚੇਤੇ ਕਰ ਤੇ ਉਹ ਸਾਰੀ ਭਲਾਈ ਲਈ ਜਿਹੜੀ ਇਹਨਾਂ ਲੋਕਾਂ ਦੇ ਉੱਤੇ ਮੈਂ ਕੀਤੀ। ਕੰਮ ਰੋਕਣ ਲਈ ਵੈਰੀਆਂ ਦਾ ਯਤਨ, ਚੈਪਟਰ 6। ਤਾਂ ਇਹ ਹੋਇਆ ਕਿ ਜਦ ਸਨਬਲਟ ਔਰ ਟੋਬੀਆ ਔਰ ਗਸ਼ਮ ਅਰਬੀ ਤੇ ਸਾਡੇ ਬਾਕੀ ਵੈਰੀਆਂ ਨੂੰ ਦੱਸਿਆ ਕਿ ਮੈਂ ਕੰਧ ਬਣਾ ਲਈ ਤੇ ਕੋਈ ਖੱਪਾ ਨਹੀਂ ਰਿਹਾ, ਭਾਵੇਂ ਮੈਂ ਅਜੇ ਤੱਕ ਫਾਟਕਾਂ ਦੇ ਬੂਹੇ ਨਹੀਂ ਲਾਏ ਸਨ। ਤਦ ਸਨਬਲਟ ਨੇ ਤੇ ਗਸ਼ਮ ਨੇ ਮੈਨੂੰ ਆਖਿਆ ਕਿ ਅਸੀਂ ਉਹਨਾਂ ਦੀ ਉਦੂਨ ਦੇ ਕਿਸੇ ਪਿੰਡ ਵਿੱਚ ਆਪਸ 'ਚ ਮਿਲੀਏ ਤੇ ਉਹ ਮੇਰੇ ਨਾਲ ਬਦੀ ਕਰਨਾ ਚਾਹੁੰਦੇ ਸਨ। ਤਾਂ ਮੈਂ ਉਹਨਾਂ ਨੂੰ ਦੂਤਾਂ ਰਾਹੀਂ ਕਹਾ ਕਰ ਲਿਆ ਕਿ ਮੈਂ ਇੱਕ ਵੱਡਾ ਕੰਮ ਕਰ ਰਿਹਾ ਤੇ ਹੇਠਾਂ ਨੂੰ ਨਹੀਂ ਆ ਸਕਦਾ, ਤੁਹਾਡੇ ਕੋਲ ਹੇਠਾਂ ਆਉਣ ਨੂੰ ਕੰਮ ਕਿਉਂ ਰੋਕਿਆ ਜਾਵੇ। ਤਾਂ ਉਹਨਾਂ ਨੇ 4 ਵਾਰ ਇਸੇ ਗੱਲ ਹੀ ਆਖ ਕਰ ਲਿਆ ਕਿ ਮੈਂ ਉਹਨਾਂ ਨੂੰ ਇਸੇ ਗੱਲ ਦਾ ਉੱਤਰ ਦਿੱਤਾ। ਫਿਰ ਸਨਬਲਟ ਨੇ 5ਵੀਂ ਵਾਰੀ ਉਸੇ ਤਰ੍ਹਾਂ ਆਪਣੇ ਜਵਾਨ ਨੂੰ ਖੁੱਲ੍ਹੀ ਚਿੱਠੀ ਉਹਦੇ ਹੱਥ ਦੇ ਕੇ ਘੱਲਿਆ ਤੇ ਜਿਹਦੇ ਵਿੱਚ ਲਿਖਿਆ ਹੋਇਆ ਸੀ ਕਿ ਕੌਮਾਂ ਵਿੱਚ ਸੁਣਿਆ ਗਿਆ ਹੈ ਕਿ ਗਸ਼ਮ ਵੀ ਇੱਦਾਂ ਹੀ ਆਖਦਾ ਹੈ ਕਿ ਤੂੰ ਯਹੂਦੀ ਆਖੀ ਹੁਣ ਦਾ ਮਤਾ ਪਕਾਉਂਦੇ ਹਨ ਤੇ ਇਸੇ ਕਾਰਨ ਤੂੰ ਕੰਧ ਬਣਾਉਣਾ ਹੈ। ਤੂੰ ਇਹਨਾਂ ਗੱਲਾਂ ਅਨੁਸਾਰ ਉਹਨਾਂ ਦਾ ਪਾਸ਼ਾ ਹੋ ਜਾਵੇਂ ਤਾਂ ਕਿ ਤੂੰ ਨਬੀਆਂ ਨੂੰ ਵੀ ਫਿਰ ਖੜੇ ਕੀਤਾ ਤੇ ਯਰੂਸ਼ਲਮ ਵਿੱਚ ਤੇਰੇ ਲਈ ਪ੍ਰਚਾਰ ਕਰਨ ਯਹੂਦਾ ਵੀ ਇੱਕ ਪਾਤਸ਼ਾਹ। ਤੋਂ ਹੁਣ ਇਹਨਾਂ ਗੱਲਾਂ ਦੇ ਅਨੁਸਾਰ ਪਾਸ਼ਾ ਨੂੰ ਦੱਸਿਆ ਜਾਵੇਗਾ ਤਾਂ ਹੁਣ ਆਸ ਹੀ ਸਲਾਹ ਕਰੀਏ। ਤਦ ਮੈਂ ਉਹਨੂੰ ਆਖ ਲਿਆ ਕਿ ਇਹਨਾਂ ਗੱਲਾਂ ਅਨੁਸਾਰ ਜਿਹੜੇ ਤੂੰ ਆਖੀਆਂ ਹਨ ਕੋਈ ਵੀ ਗੱਲ ਨਹੀਂ ਹੋਈ ਅਤੇ ਇਹ ਗੱਲਾਂ ਜੋ ਤੇਰੇ ਹੀ ਆਪਣੇ ਮਨ ਦੇ ਭੋਰੇ ਹੋਏ ਲੱਡੂ ਹਨ, ਕਿਉਂਕਿ ਇਹ ਸਾਰੇ ਆਖ ਕੇ ਸਾਨੂੰ ਡਰਾਉਣਾ ਚਾਹੁੰਦੇ ਸਨ ਵੀ ਕੰਮ ਤੋਂ ਉਹਨਾਂ ਦੇ ਹੱਥ ਝੂਠੇ ਪੈ ਜਾਣ, ਵੀ ਕੰਮ ਨਾ ਪੂਰਾ ਹੋਵੇ ਕਿਸੇ ਵੀ ਤਰ੍ਹਾਂ। ਹੁਣ ਹੀ ਪਰਮੇਸ਼ਰ ਮੇਰੇ ਹੱਥਾਂ ਨੂੰ ਤਖੜੇ ਕਰ। ਮੈਂ ਮੁਹੱਈਤ ਬੇਲ ਦੇ ਪੋਤਰੇ ਦਲਾਇਆ ਦੇ ਪੁੱਤਰ ਸਮਾਇਆ ਦੇ ਘਰ ਵਿੱਚ ਆਇਆ ਤੇ ਉਹਨੂੰ ਬੰਦ ਕੀਤਾ ਹੋਇਆ ਸੀ। ਤੇ ਮੈਂ ਆਖਿਆ, ਆਓ ਅਸੀਂ ਪਰਮੇਸ਼ਰ ਭਵਨ ਦੇ ਵਿੱਚ ਹੈਕਲ ਦੇ ਅੰਦਰ ਮਿਲੀਏ ਤੇ ਹੈਕਲ ਦੇ ਬੂਹਿਆਂ ਨੂੰ ਭੇੜ ਲਈਏ, ਕਿਉਂਕਿ ਉਹ ਮੈਨੂੰ ਵੱਢਣ ਲਈ ਆਉਣਗੇ। ਹਾਂ, ਉਹ ਰਾਤ ਨੂੰ ਵੱਢਣ ਲਈ ਆਉਣਗੇ। ਤੇ ਮੈਂ ਆਖਿਆ ਕਿ ਮੇਰੇ ਵਰਗਾ ਆਦਮੀ ਭੱਜੇ ਤੇ ਫਿਰ ਮੇਰੇ ਵਰਗਾ ਕੌਣ ਹੈ ਇੱਥੇ ਜੋ ਹੈਕਲ ਵਿੱਚ ਆਪਣੀ ਜਾਨ ਬਚਾਏ? ਮੈਂ ਅੰਦਰ ਨਹੀਂ ਜਾਵਾਂਗਾ। ਅਤੇ ਵੇਖੋ, ਮੈਂ ਜਾਤਾ ਕਿ ਪਰਮੇਸ਼ਰ ਨੇ ਉਹਨੂੰ ਨਹੀਂ ਘੱਲਿਆ ਤੇ ਉਹ ਮੇਰੇ ਵਿਰੁੱਧ ਇਸ ਗੱਲ ਦਾ ਗਮ ਵਕ ਬੋਲਿਆ ਜੋ ਟੋਬੀਆ ਤੇ ਸਨਬਲਟ ਨੇ ਉਹਨੂੰ ਪਹਾੜੇ ਤੇ ਰੱਖਿਆ ਸੀ। ਇਸ ਲਈ ਪਹਾੜੇ ਤੇ ਰੱਖਿਆ ਗਿਆ ਤੇ ਮੈਂ ਡਰ ਜਾਵਾਂ ਤੇ ਉਹੀ ਡਰ ਕੇ ਪਾਪੀ ਬਣਾ, ਜਿਸ ਨਾਲ ਉਹ ਮੇਰੀ ਬਦਨਾਮੀ ਕਰਨ ਤੇ ਫਿਰ ਮੇਰੀ ਨਿੰਦਿਆ ਦਾ ਕਾਰਨ ਹੋਵੇ। ਹੇ ਮੇਰੇ ਪਰਮੇਸ਼ਰ, ਟੋਬੀਆ ਤੇ ਸਨਬਲਟ ਦੇ ਇਹਨਾਂ ਕੰਮਾਂ ਅਨੁਸਾਰ ਤੇ 9 ਨਬੀਆਂ ਦੇ ਬਾਕੀ ਨਬੀਆਂ ਨੂੰ ਚੇਤੇ ਰੱਖ। ਚੇਤੇ ਕਰ ਸੋ ਕੰਧ ਅਲੂਲ ਦੇ ਮਹੀਨੇ ਦੀ 25 ਤਰੀਕ ਨੂੰ 52ਵੇਂ ਦਿਨ ਪੂਰੀ ਹੋ ਗਈ। ਤਾਂ ਇਹ ਹੋਇਆ ਕਿ ਜਦ ਸਾਡੇ ਵੈਰੀਆਂ ਨੇ ਸੁਣਿਆ ਕਿ ਸਾਡੀਆਂ ਕੌਮਾਂ ਜਿਹੜੀਆਂ ਸਾਡੇ ਆਲੇ ਦੁਆਲੇ ਸਨ, ਵੇਖਿਆ ਬਈ ਆਪਣੀ ਹੀ ਨਿਗਾਹ ਵਿੱਚ ਉਹ ਆਪੇ ਟਿਕ ਪਏ, ਕਿਉਂਕਿ ਉਹਨਾਂ ਨੇ ਜਾਣ ਲਿਆ ਕਿ ਕੰਮ ਸਾਡੇ ਪਰਮੇਸ਼ਰ ਵੱਲੋਂ ਕੀਤਾ ਜਾ ਰਿਹਾ। ਨਾਲੇ ਉਹਨਾਂ ਦਿਨਾਂ ਵਿੱਚ ਯਹੂਦਾ ਦੇ ਧੌਲ ਲਾੜੀਆਂ
ਦੀ ਬਹੁਤ ਸਾਰੀਆਂ ਚਿੱਠੀਆਂ ਟੋਬੀਆ ਦੇ ਕੋਲ ਆਈਆਂ ਤੇ ਟੋਬੀਆ ਦੀਆਂ ਉਹਨਾਂ ਕੋਲ ਗਈਆਂ, ਕਿਉਂਕਿ ਯਹੂਦਾ ਵਿੱਚੋਂ ਬਹੁਤ ਸਾਰੇ ਨੇ ਉਹਦੇ ਮਗਰ ਹੋਣ ਦੀ ਸਹੁੰ ਖਾਧੀ, ਕਿਉਂਕਿ ਉਹ ਆਰਾ ਦੇ ਪੁੱਤਰ ਸ਼ਕਨਿਆ ਦੇ ਜਵਾਈ ਸੀ ਤੇ ਉਹਦੇ ਪੁੱਤਰ ਯਹੋਹਾਨਾਨ ਦੇ ਬਰਕਿਆ ਦੇ ਪੁੱਤਰ ਮਸ਼ੁਲਾਮ ਦੀ ਧੀ ਨੂੰ ਵਿਆਹ ਲਿਆ ਸੀ। ਨਾਲੇ ਉਹਦੀਆਂ ਨੇਕੀਆਂ ਮੈਨੂੰ ਦੱਸਦੇ ਸਨ ਤੇ ਮੇਰੀਆਂ ਗੱਲਾਂ ਉਹਨੂੰ ਯਾਦ ਦੱਸਦੇ ਸਨ। ਤੇ ਟੋਬੀਆ ਨੇ ਮੈਨੂੰ ਟਰਾਉਣ ਲਈ ਪਰਵਾਨੇ ਘੱਲੇ। ਯਹੂਦਾ ਵਿੱਚ ਲੋਕਾਂ ਦੀ ਫਰਿਸ਼ਤ ਚੈਪਟਰ 7। ਤਾਂ ਇਹ ਹੋਇਆ ਕਿ ਜਦ ਕੰਧ ਬਣ ਗਈ ਤੇ ਮੈਂ ਬੂਹੇ ਜਾੜ ਦਿੱਤੇ, ਦਰਬਾਨ ਰਾਗੀ ਤੇ ਲੇਵੀ ਠਹਿਰਾ ਦਿੱਤੇ, ਤੇ ਹੁਣ ਮੈਂ ਆਪਣੇ ਭਰਾ ਹਨਾਨੀ ਨੂੰ ਤੇ ਸ਼ਾਹੀ ਮਹਿਲ ਦੇ ਸਰਦਾਰ ਹਨਾਨਿਆ ਨੂੰ ਯਰੂਸ਼ਲਮ ਦੇ ਉੱਤੇ ਹਾਕਮ ਬਣਾਇਆ, ਕਿਉਂਕਿ ਉਹ ਬਹੁਤਿਆਂ ਵਿੱਚੋਂ ਨਿਸ਼ਚਾ ਵਾਲਾ ਤੇ ਪਰਮੇਸ਼ਰ ਤੋਂ ਡਰਨ ਵਾਲਾ ਆਦਮੀ ਸੀ। ਤੇ ਮੈਂ ਉਹਨਾਂ ਨੂੰ ਆਖਿਆ ਕਿ ਜਦ ਤੱਕ ਧੁੱਪ ਤਿੱਖੀ ਨਾ ਹੋ ਜਾਵੇ ਯਰੂਸ਼ਲਮ ਦੇ ਫਾਟਕ ਨਾ ਖੋਲ੍ਹੇ ਜਾਣ, ਜਦੋਂ ਖੜੇ ਹੀ ਹੋਣ ਤਾਂ ਬੂਹੇ ਬੰਦ ਕੀਤੇ ਜਾਣ ਤੇ ਅਰ ਲਾਏ ਜਾਣ, ਅਤੇ ਯਰੂਸ਼ਲਮ ਦੇ ਵਾਸੀਆਂ ਵਿੱਚੋਂ ਪਹਿਰੇਦਾਰ ਮੁਕਰਰ ਕਰਨ ਲਈ ਜਿਹੜੇ ਆਪੋ ਆਪਣੇ ਪਹਿਰੇ ਵਿੱਚ ਆਪਣੇ ਆਪਣੇ ਘਰਾਂ ਦੇ ਅੱਗੇ ਹੋਣ। ਚੌੜਾ ਸ਼ਹਿਰ ਚੌੜਾ ਤੇ ਵੱਡਾ ਸੀ ਤੇ ਆਦਮੀ ਥੋੜੇ ਸਨ, ਉਹਦੇ ਘਰ ਦੇ ਬਣੇ ਹੋਏ ਨਹੀਂ ਸਨ। ਤੇ ਮੇਰੇ ਪਰਮੇਸ਼ਰ ਨੇ ਮੇਰੇ ਮਨ ਵਿੱਚ ਪਾਇਆ ਕਿ ਮੈਂ ਸ਼ਰੀਫਾਂ ਤੇ ਰਈਸਾਂ ਤੇ ਉਹਨਾਂ ਲੋਕਾਂ ਨੂੰ ਇਕੱਠੇ ਕਰਾਂ ਤਾਂ ਜੋ ਆਪਣੇ ਕੁਲ ਪੱਤਰ ਦੇ ਅਨੁਸਾਰ ਗਿਣੇ ਜਾਣ। ਤੇ ਮੈਨੂੰ ਉਹਨਾਂ ਦੀ ਕੁਲ ਪੱਤਰ ਦੀ ਪੋਥੀ ਲੱਭ ਪਈ ਜਿਹੜੀ ਉਹ ਪਹਿਲਾਂ ਆਏ ਸਨ, ਤੇ ਉਹਦੇ ਵਿੱਚ ਕੁਝ ਲਿਖਿਆ ਹੋਇਆ ਮੈਨੂੰ ਲੱਭਿਆ। ਉਸ ਸੂਬੇ ਵਿੱਚ ਲੋਕ ਸਨ ਉਹਨਾਂ ਅਸੀਰੀਆਂ ਵਿੱਚ ਜਿਨ੍ਹਾਂ ਦਾ ਬਾਬਲ ਦਾ ਪਾਤਸ਼ਾਹ ਨਬੂਕਦਨਸਰ ਅਸੀਰੀ ਵਿੱਚ ਲੈ ਕੇ ਆ, ਤੇ ਉਹ ਤਾਂ ਆ ਕੇ ਯਰੂਸ਼ਲਮ ਨੇ ਯਹੂਦਾ ਦੇ ਆਪੋ ਆਪਣੇ ਸ਼ਹਿਰਾਂ ਨੂੰ ਮੁੜ ਆਏ। ਤੇ ਜਿਹੜੇ ਜ਼ਰੂਬਾਬਲ, ਜੋਸ਼ੂਆ, ਨਹਮਿਆ, ਅਜ਼ਰਿਆ, ਰਾਮਾਇਆ, ਨਹਮਾਨੀ, ਮਾਰਕੁਦਾਈ, ਬਿਲਸ਼ਾਮ, ਮਿਸਪਰਤ, ਬਿਗਵਾਈ, ਨਹੂਮ, ਬਨਾਨ ਦੇ ਨਾਲ ਹੈ। ਇਸਰਾਏਲੀ ਪਰਜਾ ਦੇ ਮਨੁੱਖਾਂ ਦੀ ਗਿਣਤੀ ਹੈ ਪਰੋਸ਼ ਦੀ ਵੰਸ਼ ਦੇ 1172, ਸ਼ਫਟਿਆ ਦੀ ਵੰਸ਼ ਦੇ 372, ਆਰਾ ਦੀ ਵੰਸ਼ 652, ਪਹਿਤ ਮੁਆਬ ਜਿਹੜੇ ਏਸ਼ੂਆ ਤੇ ਜੋਆਬ ਦੀ ਵੰਸ਼ ਵਿੱਚੋਂ ਸਨ 2818, ਏਲਮ ਦੀ ਵੰਸ਼ ਵਿੱਚੋਂ 1254, ਜੱਤੂ ਦੀ ਵੰਸ਼ ਵਿੱਚੋਂ 845, ਜ਼ਕਈ ਦੀ ਵੰਸ਼ ਵਿੱਚੋਂ 760, ਬਿਨੋਈ ਦੀ ਵੰਸ਼ ਵਿੱਚੋਂ 648, ਬੇਬਈ ਦੀ ਵੰਸ਼ ਵਿੱਚੋਂ 628, ਅਸਗਾਦ ਦੀ ਵੰਸ਼ ਵਿੱਚੋਂ 2322, ਅਦੋ ਨਿਕਾਮ ਦੀ ਵੰਸ਼ ਵਿੱਚੋਂ 667, ਬਿਗਵਾਈ ਦੀ ਵੰਸ਼ ਵਿੱਚੋਂ 2067, ਅਤਿਮ ਦੀ ਵੰਸ਼ ਵਿੱਚੋਂ 655, ਹਿਸਕੀਆ ਦੇ ਅਟੇਰ ਦੀ ਵੰਸ਼ 98, ਹਸੂਮ ਦੀ ਵੰਸ਼ 328, ਬਿਸਾਈ ਦੀ ਵੰਸ਼ 324, ਹਰੀਫ ਦੀ ਵੰਸ਼ 112, ਗਿਬੋਨ ਦੀ ਵੰਸ਼ 95, ਬੈਤਲਮ ਅਤੇ ਨਟੋਫਾ ਦੇ ਮਨੁੱਖ 188, ਅਨਾਥੋਤ ਦੇ ਮਨੁੱਖ 128, ਤੇ ਬੈਤ ਅਜ਼ਮਾਵਤ ਦੇ ਮਨੁੱਖ 42, ਕਿਰਿਅਤ ਯਾਰੀਮ ਔਰ ਕਰੀਰਾ ਤੇ ਬੇਰੋਈ ਦੇ ਮਨੁੱਖ 743, ਰਾਮਾ ਤੇ ਗੱਬਾ ਦੇ ਮਨੁੱਖ 621, ਮਿਕਮਾਤ ਦੇ ਮਨੁੱਖ 122, ਬੈਤਲ ਔਰ ਅਈ ਦੇ ਮਨੁੱਖ 123, ਦੂਸਰੇ ਨਬੋ ਦੇ ਮਨੁੱਖ 52, ਦੂਸਰੇ ਇਲਾਮ ਵੰਸ਼ 1254, ਹਾਰਿਮ ਦੀ ਵੰਸ਼ 320, ਜ਼ਰੀਹੋ ਦੀ ਵੰਸ਼ 345, ਲੋਦ ਔਰ ਹਦੀਦ ਔਰ ਉਹਨਾਂ ਦੀ ਵੰਸ਼ 721, ਸਨਾ ਦੀ ਵੰਸ਼ 3930, ਜਾਜਕ ਅਰਥਾਤ ਜੇਸ਼ੂਆ ਦੇ ਘਰਾਣੇ ਦੇ ਜਦ ਅਦਾ ਦੀ ਵੰਸ਼ 973, ਇਮੇਰ ਦੀ ਵੰਸ਼ 1052, ਪਸ਼ੂਰ ਦੀ ਵੰਸ਼ 1247, ਹਾਰਿਮ ਦੀ ਵੰਸ਼ 1017, ਲੇਵੀ ਅਰਥਾਤ ਕਦਮੀਏਲ ਦੇ ਯੋਸ਼ੂਆ ਦੀ ਵੰਸ਼ ਤੇ ਹੋਦਵਾ ਦੀ ਵੰਸ਼ 74, ਰਾਗੀ ਅਸਫ ਦੀ ਵੰਸ਼ 148, ਦਰਬਾਨ ਸੁਲਮ ਦੀ ਵੰਸ਼ ਔਰ ਅਟੇਰ ਦੀ ਵੰਸ਼ ਔਰ ਤਲਮੋਨ ਦੀ ਵੰਸ਼ ਔਰ ਅਕੂਸ ਦੀ ਵੰਸ਼ ਅਤੇ ਹਟੀਟਾ ਦੀ ਵੰਸ਼ ਅਤੇ ਸ਼ੁਬਾਈ ਦੀ ਵੰਸ਼ 138, ਨਥਨੀਮ अर्थात सिहा दिवंश और हुसफा दिवंश और टबाउत दिवंश, केरोस दिवंश और सिया दिवंश और पदौर दिवंश, लबाना दिवंश और अगाबा दिवंश और सलमाई दिवंश, हनान दिवंश और गिदेल दिवंश और गाहर दिवंश, राया दिवंश, रसीन दिवंश, नकोदा दिवंश, गयाम दिवंश और ऊजा दिवंश और पसो दिवंश, बिसई दिवंश, मौनीम दिवंश और नफसमीम दिवंश और बकबूक दिवंश, हकूफा दिवंश, हूर दिवंश, बसलीत दिवंश, महिदा दिवंश, हर्षा दिवंश, बरकोश दिवंश, सीसरा दिवंश, थामा दिवंश, नसिया दिवंश, हटीफा दिवंश, सुलेमान दे टहलुआं दिवंश, सोटई दिवंश ते सोफरत दिवंश और परीदा दिवंश, यहला दिवंश, दरकोन दिवंश, गिदेल दिवंश, शपटिया दिवंश, हिटील दिवंश, सबईम दिवंश,
ਦੇ ਫੋਕਰਤ ਦੀ ਵੰਸ, ਅਮੋਨ ਦੀ ਵੰਸ, ਨਥੀਨੀਮ ਦੀ ਵੰਸ ਤੇ ਸੁਲੇਮਾਨ ਦੇ ਟੈਲੋਨ ਦੀ ਵੰਸ 392। ਇਹ ਉਹ ਹਨ ਜਿਹੜੇ तेल मलय और तेल हर्षा और करूब और अदोन दे इमेल तो तहंग है और अपने प्यो दादियां दे घराने दा अते अपनी नस्ल दा पता ना लगा सके। ते इसराइल विचों भी हन दलालिया दी वंश ते टोबिया दी वंश और नकोदा दी वंश 642 ते जाजका विचों हबाया दी वंश ते कोस दी वंश बरजीली दी वंश ने जिन्हां ने बरजीली गलियादे दी धीआं विचों एक नूं विआह लिया सी ते इह उन्हां दे नां ते पुकारे गए। इन्हां ने अपनी लिखतां नूं वंसौली वालियां विचों भालिया और जदों ना मिलिया तदों शुद्ध ठहर के जाजकाई विचों कड्ढे गए। तो हाकम ने उन्होंने आख्या कि वो अत पवित्र चीज़ों विचों ना खाण जिन्ना चिर उरीम और थुमीम विचों कोई जाजक ना खड़ा होवे। सारी सभा मिल के 42,360 सी ते उन्होंने गोले अते गोलियां तो छुट जिहड़े 7,337 सन, रागी ते रागणा 245 सन, उन्हां दे घोड़े 736 ते उन्हां दी खच्चरां 245 सन ते उन्हां दे ऊंट 435 ते उन्हां दे गधे 6,720। उन्हां दे प्यो दादियां दे मुखियां विचों कईयां ने कमले दिता ते हाकम ने 1,000 दरम सोना 50 बाटे ते जाजकां लई 530 पोशाकां खजाने विच दित्तियां। प्यो दादियां दे मुखियां विचों कईयां ने काम लई 20,000 दरम सोना अते 2,200 माने चांदी खजाने विच दित्ती ते बाकी लोकां ने जिहड़ा दित्ता वो 20,000 दरम सोना सी, 2,000 माने चांदी ते जाजकां लई 67 पोशाकां। सो जाजक और लेवी और दरबान और रागी और कई लोग और नथीनीम सगों ये सारा इसराइल आपो अपने शहरों में वास के जब 7वां महीना आया तो इसराइली अपने शहरों में सन। व्यवस्था तो पढ़े जाना चैप्टर 8। फिर सारी प्रजा एक मन होकर जल फाटक के सामने चौक में इकट्ठी हुई तो उन्होंने अजरा लखारी ने कहा कि मूसा की व्यवस्था की पोथी में लिया जो यहोवा ने इसराइल ने हुक्म दिता है। अजरा जाजक 7वें महीने की पहली तरीक में मनुखा तीवियां दी सभा के अगे सारे अगे जिहड़े सुन के समझ सकते व्यवस्था की पोथी में लिया तो जल फाटक के अगे चौक में पौ फुटन तो लैके अद्धे दिन मनुखा तीवियां तो सियाणे दे अगे पढ़दा रहा। बाकी सारी प्रजा के कान व्यवस्था की पोथी में लगे रहे। तो अजरा लखारी एक लकड़ी के तख्त पोच उत्थे खड़ा हो गया जिहड़ा उन्होंने इसे काम लिए बनाया सी। तो उसके कोल मत्ती, थाया और शमाया और अनाया और उरिया और हिलकिया और मासिया दे सज्जे पासे उहदे खब्बे पासे पदाया ते मिशाइल मलकिया हाशिम और हशबदना और यकरा और मशुलाम खड़े सन। तो अजरा ने सारी प्रजा ने वेखदिया पोथी खोली तो सारी प्रजा विच उच्च थां उत्ते सी ते बोलदिया खोलदिया सारी प्रजा उठ के खड़ी हो गई। तो अजरा ने यहोवा नूं जिहड़ा महान परमेश्वर मुबारक आख्या। तो सारी प्रजा ने हाथ चुके आमीन आमीन विच उत्तर दिता। यहोवा अगे धरती तीक सिर झुका के सारे ने मत्था टेकिया ते जेशुआ बानी तो सिरे बया और यमीन और अकूब और शबथई और होतिया और मशे और कलीटा और अजरिया और जोजाबाद और हनान और पलाया और लेविया ने प्रजा को व्यवस्था समझाई और प्रजा अपने घर खड़ी रही। तो उन्होंने परमेश्वर की व्यवस्था की पोथी बड़ी सफाई नाल पढ़िया ते अर्थ कीते ते इस पाठ को उन्होंने समझा दिता। तो नहम्याह जिहड़ा हाकम सी ते अजरा जिहड़ा जाजक ते लिखारी सी ते लेवी जिहड़े सिखाउंदे सन सारी प्रजा नूं आख्या अज दा दिन यहोवा तुहाडे परमेश्वर लई पवित्र है, सोग ना करो ना रोवो। ते जो सारी प्रजा व्यवस्था दीआं गल्लां नूं सुण के रोंदी सी तां उन्होंने आख्या जाओ थंधियाई खाओ, मिठा खाओ, जिन्हां लई कुछ तैयार नहीं होया वो भी छांदा घल्लो कि जो अज का दिन साडे प्रभु लई पवित्र है, तुसीं झुरेवा ना करो क्योंकि यहोवा दा आनंद तुहाडा बल है। तो लेवियां ने सारी प्रजा नूं आके ठंडा किया कि चुप रहो क्योंकि ये दिन पवित्र है, झुरेवा ना करो। सारी प्रजा खाण पीण ते शानदार गल्लां लई वड्डा आनंद करन चली गई क्योंकि ये गल्लां जिहड़ियां उन्हां ने दस्सियां गईयां वो समझदे सन। दूजे दिन सारी प्रजा प्यो दादियां दे मुखी और जाजक ते लेवी अरजा लखारे अजरा कोल इकट्ठे होए ते व्यवस्था दीआं गल्लां वल ध्यान देण नूं व्यवस्था विच ये लिखिया मिलिया कि यहोवा ने मूसा दे राहीं हुक्म दित्ता सी कि इसराइल 7वें महीने दे परब लई डेरियां विच बसन ते सारे शहरां ते यरूशलेम विच ये सुनाया जावे कि वड्डी डोंडी पटाई जावे कि पहाड़ उत्ते जाके जैतून दीआं टाहणियां और तेल दे बिरछ दीआं टाहणियां और मेहंदी दीआं टाहणियां और खजूर दीआं टाहणियां संगरे बिरछां दीआं टाहणियां ते डेरे बनाउण लई लिआओ। जिवें लिखिया सी तां लोग बाहर गए ते इन्हां नूं लिआए ते मनुख ने हर एक ने अपनी छत उत्ते विहड़े विच परमेश्वर दे भवन दे विहड़े विच जल फाटक दे चौक विच अफरामी फाटक दे चौक विच अपने लई डेरे बनाए ते सारी सभा ने जिहड़ी असीरी तो मुड़ आई सी डेरे बनाए ते डेरियां विचों वस गए क्योंकि नून दे पुत्र जोशुआ ने
ਦੇ ਦਿਨਾਂ ਤੋਂ ਲੈ ਕੇ ਇਸਰਾਏਲ ਦੇ ਅੱਜ ਤੱਕ ਇਦਾਂ ਨਹੀਂ ਸੀ ਕੀਤਾ। ਤਾਂ ਬਹੁਤ ਹੀ ਵੱਡਾ ਆਨੰਦ ਹੈ। ਤੇ ਪਹਿਲੇ ਦਿਨ ਤੋਂ ਲੈ ਕੇ ਛੇਕੜਲੇ ਦਿਨ ਤੱਕ ਉਹਨਾਂ ਨੇ ਪਰਮੇਸ਼ਵਰ ਦੀ ਵਿਵਸਥਾ ਦੀ ਪੋਥੀ ਨੂੰ ਨਿੱਤਾ ਨੇਮ ਪੜ੍ਹਿਆ ਤੇ 7 ਦਿਨ ਉਹਨਾਂ ਨੇ ਪਰਬ ਮਨਾਇਆ ਤੇ 8ਵੇਂ ਦਿਨ ਦਸਤੂਰ ਮੁਤਾਬਿਕ ਸ਼੍ਰੋਮਣੀ ਸਭਾ ਹੋਈ। ਪਰਮੇਸ਼ਵਰ ਦੀ ਉਪਾਸਨਾ ਚੈਪਟਰ 9। ਉਸੇ ਮਹੀਨੇ ਦੀ 24 ਤਰੀਕ ਨੂੰ ਇਸਰਾਏਲੀ ਪੱਤ ਰੱਖ ਕੇ ਤੱਪੜ ਬੰਨ੍ਹ ਕੇ ਅਤੇ ਖਾਕ ਆਪਣੇ ਉੱਤੇ ਪਾ ਕੇ ਇਕੱਠੇ ਕੀਤੇ ਗਏ। ਇਸਰਾਏਲ ਦੀ ਨਸਲ ਨੇ ਆਪਣੇ ਸਾਰੇ ਲੋਕਾਂ ਵਿੱਚੋਂ ਆਪਣੇ ਆਪ ਨੂੰ ਅੱਡ ਕੀਤਾ ਤੇ ਖੜੇ ਹੋ ਕੇ ਆਪਣੇ ਪਾਪਾਂ ਦਾ ਤੇ ਆਪਣੇ ਪਿਓ ਦਾਦਿਆਂ ਦੇ ਅਪਰਾਧਾਂ ਦਾ ਇਕਰਾਰ ਕੀਤਾ। ਤੇ ਉਹਨਾਂ ਨੇ ਆਪਣੇ ਥਾਂ ਤੇ ਖੜੇ ਹੋ ਕੇ ਦਿਨ ਪਹਿਰ ਤੀਕ ਯਹੋਵਾ ਆਪਣੇ ਪਰਮੇਸ਼ਰ ਦੀ ਵਿਵਸਥਾ ਦੀ ਪੋਥੀ ਨੂੰ ਪੜ੍ਹਿਆ। ਦੂਜੇ ਪਹਿਰ ਉਹਨਾਂ ਨੇ ਇਕਰਾਰ ਕੀਤਾ ਤੇ ਜੋ ਆਪਣੇ ਪਰਮੇਸ਼ਰ ਦੇ ਅੱਗੇ ਮੱਥਾ ਟੇਕਿਆ। ਤਦ ਲੇਵੀਆਂ ਵਿੱਚੋਂ ਯੇਸ਼ੂਆ और बानी और कदमीर और शबने और बुन्नी और शेरेबया और बानी कनानी ने पौड़ियां उत्ते खड़े होकर वड्डी आवाज़ जो अपने परमेश्वर की दुआई दी। और यीशु और कदमीर और बानी और हशबन्या और शेरेबया बया होदिया और शबन्या और पथया लेविया ने आख्या उठ के जो अपने परमेश्वर जुगो जुग मुबारक कहो ਅਤੇ ਤੇਰਾ ਪ੍ਰਤਾਪ ਵਾਲਾ ਨਾਮ ਮੁਬਾਰਕ ਹੋਵੇ ਜੋ ਵੱਡੀਆਂ ਸਾਰੀਆਂ ਬਰਕਤਾਂ ਤੇ ਉਸਤਤਾਂ ਦੇ ਤੋਂ ਉੱਚਾ ਹੈ। ਤੂੰ ਹੀ ਹਾਂ ਕੇਵਲ ਇੱਕ ਯਹੋਵਾ ਹੈ। ਤੂੰ ਆਕਾਸ਼ ਤੇ ਆਕਾਸ਼ਾਂ ਦੇ ਆਕਾਸ਼ ਵੀ ਉਹਨਾਂ ਦੀ ਸਾਰੀ ਸੈਨਾ ਧਰਤੀ ਦੀਆਂ ਸਾਰੀਆਂ ਚੀਜ਼ਾਂ ਸਮੁੰਦਰ ਤੇ ਜੋ ਕੁਝ ਵੀ ਉੱਥੇ ਹੈ ਉਹਨਾਂ ਦੇ ਵਿੱਚ ਹੈ ਬਣਾਏ। ਤੂੰ ਸਾਰਿਆਂ ਦਾ ਜੀਵਨ ਦਾਤਾ ਹੈ। ਆਕਾਸ਼ ਦੀ ਸੈਨਾ ਤੈਨੂੰ ਹੀ ਮੱਥਾ ਟੇਕਦੀ ਹੈ। ਤੂੰ ਯਹੋਵਾ ਪਰਮੇਸ਼ਰ ਹੈ ਜਿਹਨੇ ਅਬਰਾਹਮ ਨੂੰ ਚੁਣਿਆ, ਕਸਦੀਆਂ ਦੇ ਊਰ ਵਿੱਚੋਂ ਉਹਨੂੰ ਕੱਢ ਕੇ ਲਿਆਂਦਾ ਤੇ ਉਸਦਾ ਨਾਮ ਅਬਰਾਹਾਮ ਰੱਖਿਆ। ਤੂੰ ਉਹਦਾ ਮਨ ਆਪਣੇ ਸਨਮੁਖ ਈਮਾਨ ਵਾਲਾ ਪਾਇਆ ਤੇ ਉਹਦੇ ਨਾਲ ਕਨਾਨੀਆਂ, ਹਿੱਤੀਆਂ, ਮੋਰੀਆਂ, ਫਿਰਜੀਆਂ, ਜਬੂਸੀਆਂ ਤੇ ਗਿਰਗਾਸ਼ੀਆਂ ਦੀ ਧਰਤੀ ਦੇਣ ਦਾ ਨੇਮ ਬੰਨਿਆ, ਅਰਥਾਤ ਉਹਦੀ ਅੰਸ਼ ਨੂੰ ਦੇਣ ਦਾ। ਅਤੇ ਤੂੰ ਆਪਣੀ ਗੱਲਾਂ ਨੂੰ ਪੂਰਾ ਕੀਤਾ ਕਿਉਂ ਜੋ ਤੂੰ ਧਰਮੀ ਹੈ। ਸਾਡੇ ਪਿਓ ਦਾਦਿਆਂ ਦੀ ਬਿਪਤਾ ਨੂੰ ਮਿਸਰ ਵਿੱਚ ਵੇਖਿਆ, ਲਾਲ ਸਮੁੰਦਰ ਉਹਨਾਂ ਦੀ ਦੁਹਾਈ ਸੁਣੀ ਤੇ ਫਿਰੌਨ ਦੇ ਉੱਤੇ ਸਾਰੇ ਟਹਿਲੂਆਂ ਦੇ ਉੱਤੇ ਤੂੰ ਦੇਸ਼ ਦੀ ਸਾਰੀ ਰੇਤ ਤੇ ਨਿਸ਼ਾਨ ਤੇ ਅਚਰਜ ਕੰਮ ਵਿਖਾਏ। ਕਿਉਂਕਿ ਤੂੰ ਜਾਣਦਾ ਸੀ ਕਿ ਉਹਨਾਂ ਨੇ ਤੇਰੇ ਵਿਰੁੱਧ ਹੰਕਾਰ ਨਾਲ ਵਰਤਾਓ ਕੀਤਾ। ਸੋ ਤੂੰ ਆਪਣੇ ਲਈ ਇੱਕ ਨਾਮ ਬਣਾਇਆ ਜਿਵੇਂ ਅੱਜ ਦੇ ਦਿਨ ਹੈ ਤੇ ਉਹਨਾਂ ਵਿੱਚੋਂ ਸਮੁੰਦਰ ਨੂੰ 2 ਟੋਟੇ ਕਰ ਦਿੱਤਾ ਅਤੇ ਸਮੁੰਦਰ ਦੇ ਵਿੱਚੋਂ ਦੀ ਸੁੱਕੀ ਧਰਤੀ ਤੇ ਲੰਘਾਇਆ ਤੇ ਉਹਨਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਤੂੰ ਡੂੰਘਾਈ ਵਿੱਚ ਇਉਂ ਸੁੱਟਿਆ ਜਿਵੇਂ ਪੱਥਰ ਵੱਡਿਆਂ ਪਾਣੀਆਂ ਦੇ ਵਿੱਚ। ਤੂੰ ਦਿਨ ਨੂੰ ਬੱਦਲ ਦੇ ਥੰਮ ਵਿੱਚ ਤੇ ਰਾਤ ਨੂੰ ਅੱਗ ਦੇ ਥੰਮ ਵਿੱਚ ਉਹਨਾਂ ਦੀ ਅਗਵਾਈ ਕੀਤੀ। ਜੋ ਉਹ ਰਾਹ ਵਿੱਚ ਜਿਹਦੇ ਵਿੱਚ ਉਹ ਚੱਲਦੇ ਸਨ ਉਹਨਾਂ ਲਈ ਚਾਨਣ ਹੋਏ ਤੇ ਤੁਸੀਂ ਨਹੀਂ ਪਹਾੜ ਉੱਤੇ ਉਤਰੇ ਤੇ ਆਕਾਸ਼ ਵਿੱਚੋਂ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਸਿੱਧੇ ਨਿਆਂ, ਸੱਚੀਆਂ ਵਿਵਸਥਾ, ਚੰਗੀਆਂ ਵਿਧੀਆਂ ਤੇ ਹੁਕਮ ਉਹਨਾਂ ਨੂੰ ਦਿੱਤੇ ਤੇ ਉਹਨਾਂ ਨੂੰ ਆਪਣੇ ਪਵਿੱਤਰ ਸ਼ਬਦ ਤੋਂ ਜਾਣੂ ਕਰਾਇਆ ਤੇ ਹੁਕਮ ਔਰ ਵਿਧੀਆਂ ਔਰ ਵਿਵਸਥਾ ਦਾ ਤੈ ਆਪਣੇ ਦਾਸ ਮੂਸਾ ਦੇ ਰਾਹੀਂ ਉਹਨਾਂ ਨੂੰ ਹੁਕਮ ਦਿੱਤਾ ਤੇ ਉਹਨਾਂ ਨੂੰ ਆਕਾਸ਼ ਤੋਂ ਉਹਨਾਂ ਦੀ ਭੁੱਖ ਲਈ ਰੋਟੀ ਦਿੱਤੀ, ਉਹਨਾਂ ਦੀ ਤਿਹਾਰ ਲਈ ਚਟਾਨ ਵਿੱਚੋਂ ਪਾਣੀ ਦਿੱਤਾ ਕੱਢਿਆ। ਉਹਨਾਂ ਨੂੰ ਆਖਿਆ ਕਿ ਉਸ ਧਰਤੀ ਤੇ ਕਬਜ਼ਾ ਕਰਨ ਲਈ ਜਾਣ ਜਿਹਦੇ ਉਹਨਾਂ ਨੂੰ ਦੇਣ ਦੀ ਸਹੁੰ ਤੂੰ ਖਾਧੀ ਸੀ। ਅਤੇ ਤੇ ਉਹਨਾਂ ਦੇ ਸਾਡੇ ਪਿਓ ਦਾਦਿਆਂ ਨੇ ਜਦੋਂ ਹੰਕਾਰ ਕੀਤਾ, ਆਪਣੀਆਂ ਧੌਣਾਂ ਕੜਾ ਲਈਆਂ ਤੇ ਉਹਨਾਂ ਨੇ ਤੇਰੇ ਹੁਕਮਾਂ ਨੂੰ ਨਾ ਸੁਣਿਆ ਤੇ ਉਹਨਾਂ ਨੇ ਸੁਣਨ ਤੋਂ ਇਨਕਾਰ ਕੀਤਾ। ਤੇਰੇ ਚਰਚ ਕੰਮਾਂ ਨੂੰ ਜਿਹੜੇ ਤੂੰ ਵਿੱਚ ਕੀਤੇ ਸਨ ਚੇਤੇ ਨਾ ਰੱਖਿਆ, ਪਰ ਤੂੰ ਆਪਣੀਆਂ ਧੌਣਾਂ ਨੂੰ ਉਹਨਾਂ ਨੇ ਅਕੜਾ ਕੇ ਰੱਖਿਆ ਅਤੇ ਆਪਣੇ ਆਕੀਪੁਣੇ ਵਿੱਚ ਇੱਕ ਮੁਖੀਆ ਬਣਾਇਆ ਔਰ ਤੇ ਤੂੰ ਉਹਨਾਂ ਨੂੰ ਮੁੜ ਗੁਲਾਮੀ ਵਿੱਚ ਲਿਆਵੇਂ। ਤੂੰ ਇੱਕ ਖਿਮਾ ਕਰਨ ਵਾਲਾ ਪਰਮੇਸ਼ਵਰ ਹੈ, ਦਿਆਲੂ, ਕਿਰਪਾਲੂ, ਕਹਿਰ ਵਿੱਚ ਧੀਰਜਵਾਨ ਅਤੇ ਨੇਕੀ ਨਾਲ ਭਰਪੂਰ। ਸੋ ਤੂੰ ਉਹਨਾਂ ਸਾਰਿਆਂ ਨੂੰ ਵਸਾਰਿਆ ਨਹੀਂ, ਪਰ ਜਦ ਉਹਨਾਂ ਨੇ ਆਪਣੇ ਲਈ ਇੱਕ ਢਾਲਿਆ ਹੋਇਆ ਵੱਛਾ ਬਣਾਇਆ ਤੇ ਆਖਿਆ ਕਿ ਇਹ ਸਾਡਾ ਪਰਮੇਸ਼ਰ ਹੈ ਜਿਹੜਾ ਤੇ ਸਾਨੂੰ ਮਿਸਰ ਤੋਂ ਤਾਂ ਲਿਆ, ਤੇ ਉਹਨਾਂ ਦੀ ਨੇ ਛੇੜਖਾਨੀ ਦੇ ਜਦੋਂ ਵੱਡੇ ਵੱਡੇ ਕੰਮ ਕੀਤੇ ਤਦ ਵੀ ਤੇ ਆਪਣੀ ਬਹੁਤ ਹੀ ਦਿਆਲਤਾ ਵਿੱਚ ਉਹਨਾਂ ਨੂੰ ਉਜਾੜ ਵਿੱਚ ਨਹੀਂ ਤਿਆਗਿਆ। ਦਿਨ ਨੂੰ ਬੱਦਲ ਦਾ ਥੰਮ ਉਹਨਾਂ ਦੀ ਅਗਵਾਈ ਕਰਨ ਤੋਂ ਤੇ ਰਾਤ ਨੂੰ ਅੱਗ ਦਾ ਥੰਮ ਉਹਨਾਂ ਦੇ ਰਾਹ ਵਿੱਚ ਚਾਨਣ ਦੇਣ ਤੋਂ ਤੂੰ ਅਲੱਗ ਨਾ ਕੀਤਾ। ਤੇ ਆਪਣੀ ਨੇਕ ਆਤਮਾ ਉਹਨਾਂ ਦੀ ਸਿੱਖਿਆ ਲਈ ਦਿੱਤੀ ਤੇ ਉਹਨਾਂ ਨੇ ਆਪਣਾ ਮਨ ਉਹਨਾਂ ਦੇ ਮੂੰਹ ਤੋਂ ਨਾ ਖੋਇਆ, ਨਾ ਰੋਕਿਆ ਅਤੇ ਜਲ ਉਹਨਾਂ ਦੀ ਤਿਹਾ ਲਈ ਦਿੱਤਾ। 40 ਵਰੇ ਤੇ ਉਜਾੜ ਵਿੱਚ ਪਾਲਣਾ ਕੀਤੀ ਉਹਨਾਂ ਦੀ, ਨਾ ਉਹਨਾਂ ਨੂੰ ਕਿਸੇ ਚੀਜ਼ ਦੀ ਥੋੜ੍ਹ ਰਹੀ ਤੇ ਉਹਨਾਂ ਦੇ ਕੱਪੜੇ ਵੀ ਨਹੀਂ ਪੁਰਾਣੇ ਹੋਏ, ਉਹਨਾਂ ਦੇ ਨਾ ਹੀ ਪੈਰ ਸੁੱਜੇ। ਹੋਰ ਤੂੰ ਉਹਨਾਂ ਨੂੰ ਪਾਤਸ਼ਾਹੀ ਤੋਂ ਹਿੰਮਤਾਂ ਬਖਸ਼ੀਆਂ ਜਿਨ੍ਹਾਂ ਦੇ ਉਹਨਾਂ ਦੇ ਹਿੱਸਿਆਂ ਦੀ ਧਰਤੀ ਵੰਡ ਦਿੱਤੀ ਅਤੇ ਉਹਨਾਂ ਨੂੰ ਸਿਯੋਨ ਦੇ ਦੇਸ਼ ਦੇ ਉੱਤੇ ਔਰ ਹਸ਼ਬੋਨ ਦੇ ਪਾਤਸ਼ਾਹ ਦੇ ਦੇਸ਼ ਦੇ ਉੱਤੇ, ਬਿਸ਼ਾਨ ਦੇ ਪਾਤਸ਼ਾਹ ਓਗ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। ਤੂੰ ਉਹਨਾਂ ਦੀ ਵੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗੂ ਵਧਾਇਆ ਤੇ ਉਹਨਾਂ ਨੂੰ ਉਸ ਦੇਸ਼ ਵਿੱਚ ਲਿਆਂਦਾ ਜਿਹਦੇ ਲਈ ਉਹਨਾਂ ਦੇ ਪਿਓ ਦਾਦਿਆਂ ਨੂੰ ਤੂੰ ਆਖਿਆ ਸੀ ਉਹ ਜਾ ਕੇ ਉਹਦੇ ਉੱਤੇ ਕਬਜ਼ਾ ਕਰਨ। ਸੋ ਉਹਨਾਂ ਦੀ ਵੰਸ਼ ਨੇ ਆ ਕੇ ਉਸ ਦੇਸ਼ ਉੱਤੇ ਕਬਜ਼ਾ ਵੀ ਕੀਤਾ ਤੇ ਉਹਨਾਂ ਦੇ ਅੱਗੇ ਉਸ ਦੇਸ਼ ਦੇ ਵਾਸੀਆਂ ਨੂੰ ਅਰਥਾਤ ਕਨਾਨੀ ਨੂੰ ਅਧੀਨ ਵੀ ਕੀਤਾ। ਉਹਨਾਂ ਦੇ ਪਾਤਸ਼ਾਹ ਨੂੰ ਉਸ ਦੇਸ਼ ਦੀਆਂ ਉਮਤਾਂ ਨੂੰ ਉਹਨਾਂ ਦੇ ਹੱਥ ਵਿੱਚ ਤੂੰ ਦੇ ਵੀ ਦਿੱਤਾ ਕਿ ਜੋ ਚਾਹੁਣ ਉਹਨਾਂ ਨਾਲ ਜੋ ਕਰਨ। ਉਹਨਾਂ ਨੇ ਉਹਨਾਂ ਗੜ੍ਹਾਂ ਵਾਲੇ ਸ਼ਹਿਰਾਂ ਤੇ ਮੋਟੀ ਭੂਮੀ ਨੂੰ ਲੈ ਲਿਆ ਤੇ ਨਾਨਾ ਪ੍ਰਕਾਰ ਦੀਆਂ ਵਸਤੂਆਂ ਨਾਲ ਭਰੇ ਹੋਏ ਘਰਾਂ ਨਾਲ, ਪੁੱਟੇ ਹੋਏ ਖੂਹਾਂ ਨਾਲ, ਅੰਗੂਰੀ ਬਾਗਾਂ ਨਾਲ, ਜੈਤੂਨ ਦੇ ਬਾਗਾਂ ਨਾਲ, ਫਲ ਨਾਲ ਭਰੇ ਹੋਏ ਬਰਸ਼ਾਂ ਨਾਲ,
कब्जा किया। जदों खा खा के रज गए, मोटे हो गए, तेरी वड्डी भलाई के कारण प्रसन्न हुए, पर वो तैथों बेमुख हो के आकी हो गए ते तेरी व्यवस्था नूं अपनी पिठ पिछे उन्होंने सुट दिता। तेरे नबियां नूं तलवार नाल वड्डिया अने उन्होंने तेरे वल मुड़न लई जिहड़े साखी दिंदे सन ते उन्होंने छेड़खानी दे वड्डे वड्डे काम कीते, तां तूं उन्हां नूं उन्हां दे विरोधियां दे हत्थां विच दित्ता। जिद्दां उन्होंने तैनूं सताया सी ते उस वेले जदों उन्होंने दुख विच तेरे अगे दुहाई दित्ती ते आकाश विचों फिर उन्हां दी सुणी उन्हां नूं अपनी बहुती दयालता दे अनुसार तूं उन्हां नूं छुड़ाउण वाले दित्ते, जिन्हां ने उन्हां नूं उन्हां दे विरोधियां दे हत्थों छुड़ाया। पर जद ते उन्हां नूं आराम मिलिया फिर उन्होंने तेरे अगे बुराई की, इसलिए ते उन्होंने उन्होंने वेरे के हत्थों में फिर दे दिता बई वो उन्होंने राज करन। पर जद वो मुड़े तेरी दुहाई दी ते आकाश विचों उन्होंने फिर सुनी ते बहुती बार अपनी दयालता के मुताबिक उन्होंने छुड़ाया और उन्होंने विरुद्ध गवाही दी तां जो तू उन्होंने अपनी व्यवस्था वाल मोड़ लियावे। पर उन्होंने हंकार किया, तेरे हुक्मां नूं ना सुनिया, तेरे नियमां दे विरुद्ध पाप किया, जिन्हां नूं कोई आदमी पूरा करे तो उन्हां दे कारण जिउंदा न रहे। ते अपने मोढियां नूं खिच के उन्होंने अपनी धौणा फिर कढ़ा लिया, उन्होंने ना सुनिया। तां भी तू बहुतियां वरियां तक उन्हां दी झलदा रहा, अपने आत्मा नाल नबियां दे राहीं गवाही दित्ती, पर उन्होंने कंन ना धरिया। इसलिए ते उन्हां देशां नूं उन्हां उम्मतां दे हत्थ विच दित्ता। तां भी ते अपनी वड्डी दयालता दे कारण उन्हां नूं कहीं ना सुणन लई नहीं छड्डिया, क्योंकि तू कृपालु है, दयालु है, परमेश्वर है। इसलिए तू साडे परमेश्वर जो तू वड्डा बलवंत पैदा परमेश्वर है, नेम दया की पालना करता है। ये सारा कष्ट जिहड़ा साडे उत्ते, साडे पातशाहां उत्ते, साडे सरदारां, साडे जाजकां, साडे नबियां, साडे पिओवां दादियां उत्ते, तेरी प्रजा उत्ते अशूर दे पातशाह दे दिनां तो अज दिनां तक बीत्या है। सो तेरे सन्मुख हल्का ना जाने जावे, तां भी जो कुछ साडे ते वरत्या है तू उस विच धर्मी है, क्योंकि तू साडे नाल सच्चाई नाल वरत्या। असीं दुष्टपना किया, साडे पातशाह ने, साडे सरदारां ने, साडे जाजकां ने, साडे पिओ दादियां ने तेरी व्यवस्था के अनुसार काम नहीं किया, तेरे हुक्मां नूं नहीं मन्निया। पर तेरियां गवाहियां नूं जिहड़ियां गवाहियां तू उन्हां दे विरुद्ध दित्तियां उन्होंने नहीं सुनिया, क्यों जो उन्होंने अपने राज विच तेरियां बहुतियां नेकियां भी जिहड़ियां तू उन्हां नूं दित्तियां अते इस चौड़ी ते मोटी धरती भी जिहड़ी तू उन्हां नूं दित्ती, उन्हां दे अगे रख दित्ती, तेरी उपासना उन्होंने ना की, अपनियां बुराइयां तो वो ना मुड़े। वेख असीं अज दे दिन गुलाम हां, ये धरती जिहड़ी तू साडे पिओ दादियां नूं दित्ती कि उहदा फल चंगियां वस्तुआं खाण, वेख असीं उस विच गुलाम हां। इहने बहुत पैदावार उन्हां राजां नूं दित्ती जिन्हां नूं तू साडे उत्ते साडे पापां दे कारण ठहराया। वो सारे शरीरां दे उत्ते और साडे पशुआं और साडी इच्छा दे अनुसार हुकूमत करदे सन। असीं वड्डे दुख विच हां, इह सारे दे कारण असीं एक सच्चा इकरार करदे हां ते लिख के दिंदे हां कि साडे सरदार और साडे लेवी, साडे जाजक उहदे उत्ते मोहर लाउंदे हन। मोहर लाउण वाले दे नां चैप्टर 10, उहदे उत्ते मोहर लाउण वाले दे नां इह सन हकले दा पुत्र नहम्याह, हाकम अते सिदकिया, सराया ते अजराया, यिर्मयाह, पशहूर, अमरिया, मलकिया, हट्टूश, सबन्या, मलूक, हारिम, मरेमेत, ओबद्याह, दानियल, गिनथोन, बारूक, मशुलाम, अबिया, मियाइन, मजाक, बिलगई, समाया, ये जाजखान ते ये लेवी सन। अजन्या दा पुत्र जेशुआ, हेनादाद दे पुत्रां विचों बिनुई, कदमिएल, उनके भरा शबन्या और होदिया, कलीटा, पलाया, हनान, मीका, राहोब, हशबिया, जकूर, शरेबिया, शबन्या, होदिया, बानी, बनीनू, परजा दे मुखी एलाम, जत्तू, बानी, बुन्नी, अज़गाद, बेबाई, अदोनिया, बिगवई, अदीन, अटेर, हिस्किया, अजूर, होदिया, हाशुम, बेसाई, हरीफ, अनाथोत, नेबाई, मगपियाश, मशुलाम, हिजीर, मजेशबेल, सदोक, यदुआ, पलटिया, हनान, अनानिया, होशिया, हनानिया, हशूब, हलोहेश, पिल्हा ते शोबेक, रहूम और हशबना, मसिया, अहिया, हनान, अनान, मलूक, हरीम, बहनिया। बाकी लोग और जाजिक और लेवी और दरबान और रागी और नथिनीम और सारे देशों के उम्मतां विचों परमेश्वर की व्यवस्था लई अड्ड हो गया। उन्हां दी औरतां, उन्हां दे पुत्तर, उन्हां दी धीआं सारे दिनां विच सियाण ते समझ से अपने पतवंते भरावां नाल मिल के ये सारे शराब विच आए कि असीं परमेश्वर की व्यवस्था के अनुसार चलांगे
ਤੇ ਜਿਹੜੀ ਪਰਮੇਸ਼ਵਰ ਦਾਸ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਜੋ ਆਪਣੇ ਪ੍ਰਭੂ ਦੇ ਸਾਰੇ ਹੁਕਮਾਂ ਔਰ ਨਿਯਮਾਂ ਔਰ ਵਿਧੀਆਂ ਨੂੰ ਪੂਰਾ ਕਰਕੇ ਪਾਲਣਾ ਕਰਾਂਗੇ। ਅਸੀਂ ਆਪਣੇ ਧੀਆਂ ਇਸ ਦੇਸ਼ ਦੇ ਲੋਕਾਂ ਨੂੰ ਨਹੀਂ ਦੇਵਾਂਗੇ ਤੇ ਨਾ ਹੀ ਉਹਨਾਂ ਦੀਆਂ ਧੀਆਂ ਆਪਣੇ ਪੁੱਤਰਾਂ ਨੂੰ ਲਵਾਂਗੇ। ਜੋ ਇਸ ਦੇਸ਼ ਦੇ ਲੋਕ ਸਬਤ ਦੇ ਦਿਨ ਉੱਤੇ ਵੇਚਣ ਲਈ ਕੋਈ ਮਾਲ ਜਾਂ ਖਾਣ ਦੀਆਂ ਵਸਤਾਂ ਅੰਦਰ ਲੈ ਕੇ ਆਉਣ ਤਾਂ ਅਸੀਂ ਸਬਤ ਦੇ ਦਿਨਾਂ ਜਾਂ ਪਵਿੱਤਰ ਦਿਨਾਂ ਵਿੱਚ ਉਹਨਾਂ ਤੋਂ ਨਾ ਲਵਾਂਗੇ। ਅਸੀਂ ਸਬਤ ਦਾ ਸਾਲ ਵੀ ਛੱਡ ਦਿਆਂਗੇ ਔਰ ਵਿਆਜ ਦੀ ਉਗਰਾਹੀ ਵੀ। ਅਸੀਂ ਉਹਨਾਂ ਉੱਪਰ ਇੱਕ ਫਰਜ਼ ਠਹਿਰਾਇਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਦੀ ਉਪਾਸਨਾ ਲਈ ਹਰ ਸਾਲ ਸ਼ਕਲ ਦਾ ਤੀਸਰਾ ਹਿੱਸਾ ਦਿਆ ਕਰਾਂਗੇ। ਉਹ ਚੜ੍ਹਤ ਦੀ ਰੋਟੀ ਦਾ ਨਿਤਨੇਮ, ਮੈਦੇ ਦੀਆਂ ਭੇਟਾਂ ਤੇ ਸਦਾ ਦੀਆਂ ਹੋਮ ਦੀਆਂ ਬਲੀਆਂ ਔਰ ਸਬਤਾਂ ਔਰ ਮੱਸਿਆ ਤੇ ਮੁਕਰਰ ਪਰਬਾਂ ਤੇ ਪਵਿੱਤਰ ਚੀਜ਼ਾਂ ਤੇ ਪਾਪਾਂ ਦੀਆਂ ਬਲੀਆਂ ਜਿਹੜੀਆਂ ਇਸਰਾਏਲ ਦੇ ਪ੍ਰਾਸ਼ਚਿਤ ਲਈ ਸਨ, ਪਰਮੇਸ਼ਵਰ ਦੇ ਭਵਨ ਦੇ ਸਾਰੇ ਕੰਮਾਂ ਲਈ ਵੀ ਹਨ। ਅਸੀਂ ਜਾਜਕਾਂ ਤੇ ਲੇਵੀਆਂ ਤੇ ਲੋਕਾਂ ਦੇ ਵਿੱਚ ਲੱਕੜੀ ਦੇ ਚੜਾਵੇ ਲਈ ਗੁਣੇ ਪਾਏ ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਸਾਡੇ ਪਰਦਾਦਿਆਂ ਦੇ ਘਰਾਣਿਆਂ ਅਨੁਸਾਰ ਵਰੇ ਦੇ ਵਰੇ ਠਹਿਰਾਏ ਹੋਏ ਸਨ। ਸਮੇਂ ਉੱਤੇ ਜੋ ਸਾਡੇ ਪਰਮੇਸ਼ਵਰ ਦੀ ਝਗੜੇ ਤੇ ਬਾਲਣ ਲਈ ਲਿਆਂਦੀ ਜਾਵੇ। ਅਤੇ ਵਿਵਸਥਾ ਵਿੱਚ ਲਿਖਿਆ ਹੋਇਆ ਹੈ ਕਿ ਆਪਣੀ ਭਾਉਣ ਦੇ ਪਹਿਲੇ ਫਲ, ਸਾਰੇ ਬਿਰਸ਼ਾਂ ਦੇ ਪਹਿਲੇ ਫਲ ਵਰੇ ਦੇ ਵਰੇ ਯਹੋਵਾ ਦੇ ਭਵਨ ਵਿੱਚ ਲਿਆਉਣ। ਆਪਣੇ ਪੁੱਤਰਾਂ ਵਿੱਚ ਪਲੋਠੇ, ਪਸ਼ੂਆਂ ਵਿੱਚੋਂ ਪਲੋਠੇ, ਜਿਵੇਂ ਵਿਵਸਥਾ ਵਿੱਚ ਲਿਖਿਆ ਹੋਇਆ ਹੈ। ਆਪਣੇ ਚੌਣੇ, ਆਪਣੇ ਜਿਹੜੇ ਪਲੋਠੇ ਪਰਮੇਸ਼ਵਰ ਦੇ ਭਵਨ ਵਿੱਚ ਜਾਜਕਾਂ ਕੋਲ ਜਿਹੜੇ ਪਰਮੇਸ਼ਵਰ ਦੇ ਘਰ ਵਿੱਚ ਸੇਵਾ ਟਹਿਲ ਕਰਦੇ ਹਨ ਲਿਆਉਣ। ਆਪਣੀ ਤੌਣ ਦਾ ਪਹਿਲਾ ਪੇੜਾ, ਆਪਣੀਆਂ ਚੁੱਕਵੀਆਂ ਭੇਟਾਂ ਦੇ ਬਿਰਸ਼ਾਂ ਦੇ ਹਰ ਪ੍ਰਕਾਰ ਦੇ ਫਲ ਔਰ ਮੈਂ ਤੇਲ ਔਰ ਪਰਮੇਸ਼ਵਰ ਦੇ ਭਵਨ ਦੀਆਂ ਕੋਠੜੀਆਂ ਜਾਜਕਾਂ ਲਈ ਆਪਣੀ ਭਾਉਣ ਦੇ ਦਸਵੰਧ ਲੇਵੀਆਂ ਦੇ ਜਾਵਾਂਗੇ, ਕਿਉਂਕਿ ਲੇਵੀ ਸਾਡੀ ਵਾਈ ਦੇ ਸਾਰੇ ਸ਼ਹਿਰਾਂ ਵਿੱਚ ਦਸਵੰਧ ਲੈਂਦੇ ਹਨ। ਤੇ ਜਦ ਲੇਵੀ ਦਸਵੰਧ ਲੈਣ ਤਾਂ ਹਾਰੂਨ ਦੀ ਵੰਸ਼ ਦਾ ਜਾਜਕ ਲੇਵੀਆਂ ਦੇ ਨਾਲ ਹੋਵੇ ਅਤੇ ਲੇਵੀ ਦਸਵੰਧ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਤੇ ਭੰਡਾਰ ਦੀਆਂ ਕੋਠੜੀਆਂ ਵਿੱਚ ਲਿਆਉਣ, ਕਿਉਂਕਿ ਇਸਰਾਏਲੀ ਤੇ ਲੇਵੀਆਂ ਦੀ ਵੰਸ਼ ਅੰਨ ਅਤੇ ਨਵੀਂ ਮੈਂ ਅਤੇ ਤੇਲ ਦੀਆਂ ਚੁੱਕਵੀਆਂ ਭੇਟਾਂ ਉਹਨਾਂ ਕੋਠੜੀਆਂ ਵਿੱਚ ਲਿਆਉਣ ਜਿੱਥੇ ਪਵਿੱਤਰ ਭਾਂਡੇ ਤੇ ਜਾਜਕ ਜਿਹੜੇ ਟਹਿਲ ਸੇਵਾ ਕਰਦੇ ਹਨ, ਦਰਬਾਨ ਤੇ ਰਾਗੀ ਹਨ। ਸੋ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਨੂੰ ਨਹੀਂ ਤਿਆਗਾਂਗੇ। ਯਰੂਸ਼ਲਮ ਦੇ ਲੋਕ ਚੈਪਟਰ 11। ਪਰਜਾ ਦੇ ਸਰਦਾਰ ਯਰੂਸ਼ਲਮ ਵਿੱਚ ਵਸਦੇ ਸਨ ਤੇ ਬਾਕੀ ਲੋਕਾਂ ਨੇ ਵੀ ਗੁਣੇ ਪਾਏ ਕਿ 10 ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਵਸਾਉਣ ਲਈ ਲਿਆਉਣ ਤੇ 9 ਹਿੱਸੇ ਹੋਰਨਾਂ ਸ਼ਹਿਰਾਂ ਵਿੱਚ ਵਸਣ। ਪਰਜਾ ਨੇ ਉਹਨਾਂ ਸਾਰਿਆਂ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਵਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਇਹ ਉਹ ਸੂਬੇ ਦੇ ਮੁਖੀ ਹਨ ਜਿਹੜੇ ਯਰੂਸ਼ਲਮ ਵਿੱਚ ਵਸ ਕੇ ਤੇ ਯਹੂਦਾ ਦੇ ਸਾਰਿਆਂ ਸ਼ਹਿਰਾਂ ਵਿੱਚ ਹਰ ਮਨੁੱਖ ਆਪਣੀ ਮਲਕੀਅਤ ਦੇ ਸ਼ਹਿਰ ਵਿੱਚ ਵਸਦਾ ਸੀ, ਅਰਥਾਤ ਇਸਰਾਏਲ, ਜਾਜਕ, ਲੇਵੀ, ਨਥਿਨੀਮ, ਸੁਲੇਮਾਨ ਦੇ ਟਹਿਲੂਆਂ ਦੀ ਵੰਸ਼ ਤੇ ਯਰੂਸ਼ਲਮ ਵਿੱਚ ਯਹੂਦਾ ਦੀ ਵੰਸ਼ ਵਿੱਚੋਂ ਬਿਨਯਾਮੀਨ ਦੀ ਵੰਸ਼ ਵਿੱਚੋਂ ਵਸੇ ਅਤੇ ਯਹੂਦਾ ਦੀ ਵੰਸ਼ ਵਿੱਚੋਂ ਅਥਾਇਆ, ਉਜ਼ੀਆ ਦਾ ਪੁੱਤਰ, ਅਜ਼ਰਕਿਆ ਦਾ ਪੁੱਤਰ, ਜ਼ਕਰਿਆ ਦਾ ਪੁੱਤਰ, ਅਮਰਿਆ ਦਾ ਪੁੱਤਰ, ਸਫਟਿਆ ਦਾ ਪੁੱਤਰ, ਮਹਲੇਲ ਦਾ ਪੁੱਤਰ ਪਾਰਸ ਦੀ ਵੰਸ਼ ਵਿੱਚੋਂ ਇਹ ਸਨ। ਅਤੇ ਮੋਇਸਿਆ ਦਾ ਬਾਰੂਕ ਦਾ ਪੁੱਤਰ, ਕਾਲੇਹੀਆ ਦਾ ਪੁੱਤਰ, ਹਜ਼ਾਇਆ ਦਾ ਪੁੱਤਰ, ਅਦਾਇਆ ਦਾ ਪੁੱਤਰ, ਜੋਯਾਰੀਫ ਦਾ ਪੁੱਤਰ, ਜ਼ਕਰਿਆ ਦਾ ਪੁੱਤਰ, ਸ਼ਿਲੋਨੀ ਦਾ ਪੁੱਤਰ, ਪਾਰਸ ਦੀ ਸਾਰੀ ਵੰਸ਼ ਜਿਹੜੀ ਯਰੂਸ਼ਲਮ ਵਿੱਚ ਵਸੀ 468 ਯੋਧੇ ਸਨ। ਇਹ ਬਿਨਯਾਮੀਨ ਦੀ ਵੰਸ਼ ਹੈ। ਸੱਲੂ, ਮਸੂਲਾਮ ਦਾ ਪੁੱਤਰ, ਇਹ ਜੋਏਦ ਦਾ ਪੁੱਤਰ, ਪਦਾਇਆ ਦਾ ਪੁੱਤਰ, ਕੋਲਾਇਆ ਦਾ ਪੁੱਤਰ, ਮਰਸਿਆ ਦਾ ਪੁੱਤਰ, ਇਥੀਏਲ ਦਾ ਪੁੱਤਰ, ਯਸਾਇਆ ਦਾ ਪੁੱਤਰ, ਪਿੱਛੋਂ ਗੱਬੀ ਅਤੇ ਸਲਾਈ 928 ਸਨ। ਜ਼ਿਕਰੀ ਦਾ ਪੁੱਤਰ ਜੋਏਲ ਉਹਨਾਂ ਉੱਤੇ ਚੌਧਰੀ ਸੀ ਤੇ ਹਸਨੂਆ ਦਾ ਪੁੱਤਰ ਯਹੂਦਾ ਉਹਨਾਂ ਸ਼ਹਿਰਾਂ ਉੱਤੇ ਦੂਜੇ ਦਰਜੇ ਉੱਤੇ ਸੀ। ਜਾਜਕਾਂ ਵਿੱਚ ਜਵਾਰੀਤ ਦਾ ਪੁੱਤਰ ਯਦਾਇਆ ਯਕੀਨ ਸੀ। ਸਰਾਇਆ ਹਿਲਕਿਆ ਦਾ ਪੁੱਤਰ, ਉਸ ਮਸਲੂਮ ਦਾ ਪੁੱਤਰ, ਸਦੋਕ ਦਾ ਪੁੱਤਰ, ਮਰਾਯੋਤ ਦਾ ਪੁੱਤਰ, ਅਹੀਟੂਬ ਦਾ ਪੁੱਤਰ ਜਿਹੜਾ ਪਰਮੇਸ਼ਵਰ ਦੇ ਭਵਨ ਦਾ ਪ੍ਰਧਾਨ ਸੀ ਤੇ ਉਹਨਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ 822 ਸਨ। ਅਦਾਇਆ ਯਹੋਰਾਮ ਦਾ ਪੁੱਤਰ, ਉਹ ਪਲਲ ਦਾ ਪੁੱਤਰ ਤੇ ਉਹ ਅਮਸੀ ਦਾ ਪੁੱਤਰ, ਉਹ ਜ਼ਕਰਿਆ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ, ਉਹ ਮਲਕੀਆ ਦਾ ਪੁੱਤਰ ਤੇ ਆਪਣੇ ਪਿਓ ਭਰਾ ਦਾਦੇ ਦੇ ਮੁਖੀ 242 ਸਨ। ਸ਼ਸਈ ਅਜ਼ਰਾਇਲ ਦਾ ਪੁੱਤਰ, ਉਹ ਅਜਈ ਦਾ ਪੁੱਤਰ, ਮਸ਼ੀਲੇਮੋਤ ਦਾ ਪੁੱਤਰ, ਇਮੇਰ ਦਾ ਪੁੱਤਰ, ਉਹਨਾਂ ਦੇ ਭਰਾ ਜੰਗੀ ਸੂਰਬੀਰ 128 ਤੇ ਹਗਦੋਲੀਮ ਦਾ ਪੁੱਤਰ ਜਬਦੀਏਲ ਉਹਨਾਂ ਉੱਤੇ ਚੌਧਰੀ ਸੀ। ਲੇਵੀਆਂ ਵਿੱਚੋਂ ਸ਼ਮਾਇਆ ਹਤਸੂਬ ਦਾ ਪੁੱਤਰ, ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਿਆ ਦਾ ਪੁੱਤਰ, ਉਹ ਬੁਨੀ ਦਾ ਪੁੱਤਰ, ਸ਼ਬਥਈ, ਜੋਜਾਬਾਦ ਲੇਵੀਆਂ ਦੇ ਮੁਖੀਆਂ ਵਿੱਚ ਪਰਮੇਸ਼ਵਰ ਦੇ ਭਵਨ ਦੇ ਬਾਹਰਲੇ ਕੰਮ ਉੱਤੇ ਸਨ। ਤੇ ਮਤਨਿਆ ਮੀਕਾ ਦਾ ਪੁੱਤਰ, ਜਬਦੀ ਦਾ ਪੁੱਤਰ, ਅਸਾਫ ਦਾ ਪੁੱਤਰ ਜਿਹੜਾ ਪ੍ਰਾਰਥਨਾ ਲਈ ਧੰਨਵਾਦ ਕਰਨ ਦਾ ਮੁਖੀਆ ਸੀ। ਬਰਬੁਕਿਆ ਤੇ ਉਹਨਾਂ ਦੇ ਭਰਾਵਾਂ ਵਿੱਚ ਦੂਜੇ ਦਰਜੇ ਉੱਤੇ ਸੀ। ਅਬਦਾ ਸ਼ਮੂਨ ਦਾ ਪੁੱਤਰ, ਉਹ ਗਨਾਨ ਦਾ ਪੁੱਤਰ,
जदूबून का पुत्र पवित्र शहर विच कि सारे लेवी 284 सन ते दरबान अकूब टलमोन ते उन्हां दे भरा जिहड़े फाटकां दे राखे सन 172 सन। इसराइल दा बकिया जाजक ते लेवी यहूदा दे सारे शहरां विच ते हर एक विरसे विच सी, पर नितनीम ओफुल विच वसदे सन। सीहा और गिशपा नथनीम उत्ते सन। यरूशलेम दे लेवियां उत्ते उजी बानी दा पुत्र ते हशबिया दा पुत्र मतन्याह दा पुत्र मीका दा पुत्र चौधरी सी। असाफ दी वंश विचों ਜਿਹੜੇ ਰਾਗੀ ਸਨ ਪਰਮੇਸ਼ਰ ਦੇ ਭਵਨ ਦੇ ਕੰਮ ਉੱਤੇ ਸਨ, ਕਿਉਂਕਿ ਪਾਤਸ਼ਾਹ ਦਾ ਉਹਨਾਂ ਦੇ ਲਈ ਇੱਕ ਹੁਕਮ ਸੀ ਕਿ ਰਾਗੀਆਂ ਲਈ ਨਿਤ ਭਰਤੀ ਠਹਿਰਾਈ ਹੋਈ ਰਸਦ ਸੀ। ਪਸੀਆ ਦੇ ਮਸੇਜ ਬੀਏਲ ਦਾ ਪੁੱਤਰ ਜਿਹੜਾ ਯਹੂਦਾ ਦੇ ਪੁੱਤਰ ਜ਼ਰਹ ਦੀ ਵੰਸ਼ ਵਿੱਚੋਂ ਸੀ, ਪ੍ਰਜਾ ਦੇ ਸਾਰੇ ਕੰਮ ਲਈ ਜੋ ਉਹਨੂੰ ਪਾਤਸ਼ਾਹ ਦਾ ਹੱਥ ਸੀ। ਹੁਣ ਪਿੰਡਾਂ ਤੇ ਉਹਨਾਂ ਦੇ ਖੇਤਾਂ ਦੇ ਵਿਖੇ ਯਹੂਦਾ ਦੇ ਵੰਸ਼ ਵਿੱਚੋਂ ਕੁਝ ਕਰੀਅਤ ਅਰਬਾ ਤੇ ਉਹਦੀਆਂ ਬਸਤੀਆਂ ਵਿੱਚੋਂ ਕੁਝ ਦੀਬੋਨ ਤੇ ਉਹਦੀਆਂ ਬਸਤੀਆਂ ਵਿੱਚ ਤੇ ਕੁਝ ਬਸਲੇਲ ਦੀ ਤੇ ਉਸ ਦੇ ਪਿੰਡਾਂ ਵਿੱਚ ਵਸ ਗਏ। ਜੇਸ਼ੂਆ ਵਿੱਚ, ਮੋਲਾਦਾ ਵਿੱਚ ਤੇ ਬੈਤ ਪਲਟ ਵਿੱਚ, ਹਸਰ ਸ਼ੁਆਲ ਵਿੱਚ ਔਰ ਬੇਰਸ਼ਬਾ ਵਿੱਚ ਤੇ ਉਸ ਦੀਆਂ ਬਸਤੀਆਂ ਵਿੱਚ, ਸਿਕਲਾਗ ਵਿੱਚ ਅਤੇ ਮਕੋਨਾ ਵਿੱਚ ਉਸ ਦੀਆਂ ਬਸਤੀਆਂ ਵਿੱਚ ਤੇ ਏਨ ਰਿਮੋਨ ਵਿੱਚ, ਸਰਾ ਵਿੱਚ, ਜਰਮੂਥ ਵਿੱਚ, ਜ਼ਨੋਆ, ਅਦੁਲਾਮ ਅਤੇ ਉਹਨਾਂ ਦੇ ਪਿੰਡ, ਔਰ ਲਕੀਸ਼ ਅਤੇ ਉਸਦੇ ਖੇਤ, ਅਜ਼ਿਕਾ ਤੇ ਉਸ ਦੀਆਂ ਬਸਤੀਆਂ, ਔਰ ਉਹ ਬੇਰਸ਼ਬਾ ਤੋਂ ਹਿਨੋਮ ਦੀ ਵਾਦੀ ਤੇ ਇੱਕ ਡੇਰੇ ਵਿੱਚ ਰਹਿੰਦੇ ਸਨ। ਬਿਨਯਾਮੀਨ ਦੀ ਵੰਸ਼ ਕਥਾ ਗਬਾ ਔਰ ਮਿਕਮਸ਼ ਔਰ ਅਯਾ ਔਰ ਬੇਤੇਲ ਤੇ ਉਸੇ ਬਸਤੀਆਂ ਵਿੱਚ, ਅਤੇ ਅਨਥੋਥ, ਨੋਬ ਅਤੇ ਅਨਾਨਿਆ, ਹਸੂਰ, ਰਮਾ, ਗਿਤਾਇਮ, ਹਦੀਦ ਔਰ ਸਬੂਇਮ ਅਤੇ ਨਬਲਾਟ, ਲੋਦ ਔਰ ਉਹਨੋਂ ਦੇ ਕਾਰੀਗਰਾਂ ਦੀ ਊਣ ਦੂਣ ਅਤੇ ਯਹੂਦਾ ਦੇ ਲੇਵੀਆਂ ਵਿੱਚੋਂ ਕੁਝ ਹਿੱਸੇ ਬਿਨਯਾਮੀਨ ਦੇ ਨਾਲ ਸਨ। ਚੈਪਟਰ 12 ਸ਼ਹਿਰ ਦੀਆਂ ਕੰਧਾਂ ਦੀ ਚੱਠ। ਉਹ ਜਾਜਕ ਅਤੇ ਲੇਵੀ ਜਿਹੜੇ ਸ਼ਲਤੀਏਲ ਦੇ ਪੁੱਤਰ ਜ਼ਰੁਬਾਬਲ ਤੇ ਯੇਸ਼ੂਆ ਦੇ ਨਾਲ ਤਾਂ ਗਿਆ ਸਨ, ਸ਼ਰਾਇਲ, ਸ਼ਰਾਇਆ, ਜਰਮਿਆ, ਅਜ਼ਰਾ, ਅਮਰਿਆ, ਮਲੂਕ, ਹਟੂਸ਼, ਸ਼ਕਨਿਆ, ਰਹਮ, ਮਰੇਮੋਥ, ਇਦੋ, ਗਿਨਥੋਈ, ਅਬੀਯਾ, ਮਿਆਮੀਨ, ਮਦਿਆ, ਬਿਲਗਾ, ਸ਼ਮਾਇਆ, ਜੁਆਰੀਤ, ਜਦਾ, ਸੱਲੂ, ਅਮੋਕ, ਹਿਲਕੀਆ, ਜਦਾਜਾਰ। ਇਹ ਯੇਸ਼ੂਆ ਦੇ ਦਿਨਾਂ ਵਿੱਚ ਜਾਜਕਾਂ ਦੇ ਉਹਨਾਂ ਦੇ ਭਰਾਵਾਂ ਦੇ ਮੁਖੀ ਸਨ। ਇਹ ਲੇਵੀ ਸਨ ਯੇਸ਼ੂਆ, ਬਿਨੋਈ, ਕਦਮੀਏਲ, ਸ਼ੇਰੇਬਿਆ, ਯਹੂਦਾ, ਮਤਨਿਆ ਤੇ ਜਿਹੜੇ ਭਰਾਵਾਂ ਦੇ ਸਨ ਧੰਨਵਾਦ ਦੇ ਗੀਤਾਂ ਉੱਤੇ ਸੀ, ਤੇ ਬੁਕਿਆ ਤੇ ਉਹਨਾਂ ਦੇ ਭਰਾ ਉਹਨਾਂ ਦੇ ਸਾਹਮਣੇ ਰਾਖੀ ਲਈ ਸਨ। ਯੇਸ਼ੂਆ ਤੋਂ ਜੋਯਾਕੀਮ ਜੰਮਿਆ ਤੇ ਜੋਯਾਕੀਮ ਤੋਂ ਅਲਯਾਸ਼ੀਬ ਜੰਮਿਆ ਤੇ ਅਲਯਾਸ਼ੀਬ ਤੋਂ ਜੋਆਦਾ ਜੰਮਿਆ, ਜੋਆਦਾ ਤੋਂ ਜੋਨਾਥਾਨ ਜੰਮਿਆ ਤੇ ਜੋਨਾਥਾਨ ਤੋਂ ਜਦੂਆ ਜੰਮਿਆ। ਤੇ ਜੋਯਾਕੀਮ ਦੇ ਦਿਨਾਂ ਵਿੱਚ ਇਹ ਜਾਜਕ ਪਿਓ-ਦਾਦਿਆਂ ਦੇ ਮੁਖੀ ਸਨ। ਸਰਾਇਆ ਤੋਂ ਮਿਰਾਇਆ ਤੇ ਜਰਮਿਆ ਤੋਂ ਹਨਾਨਿਆ, ਅਜ਼ਰਾ ਤੋਂ ਮਸੁਲਾਮ ਅਤੇ ਅਮਰਿਆ ਤੋਂ ਜਹੋਹਾਨਾਨ, ਮਲਕੀ ਤੋਂ ਜੋਨਾਥਾਨ ਅਤੇ ਸ਼ਬਨਿਆ ਤੋਂ ਯੂਸਫ, ਹਰੀਮ ਤੋਂ ਅਦਨਾ ਅਤੇ ਮਰਾਯੋਤ ਤੋਂ ਹਿਲਕਾਈ, ਇਦੋ ਤੋਂ ਜ਼ਕਰਿਆ ਅਤੇ ਗਿਨਥੋਨ ਤੋਂ ਮਸ਼ੁਲਾਮ, ਅਬੀਆ ਤੋਂ ਜ਼ਿਕਰੀ ਅਤੇ ਮਿਨਯਾਮੀਨ ਤੋਂ ਮੁਅੱਦਸ਼ਾ ਤੋਂ ਪਿਲਟਾਈ, ਬਿਲਗਾ ਤੋਂ ਸ਼ਮੂਆ ਤੇ ਸ਼ਮਅਯਾ ਤੋਂ ਜੋਹੋਨਥਾਨ, ਜੋਜਾਰੀਤ ਤੋਂ ਮਤਈ ਅਤੇ ਜਦਅਯਾ ਤੋਂ ਉਜ਼ੀ, ਸਲਈ ਤੋਂ ਕਲਈ ਅਤੇ ਆਮੋਕ ਤੋਂ ਏਬਰ, ਹਿਲਕੀਆ ਤੋਂ ਹਸ਼ਬਿਆ ਅਤੇ ਜਦਅਯਾ ਤੋਂ ਨਥਨੇਲ, ਅਲਯਾਸ਼ੀਬ ਔਰ ਜੋਜਾਦਿਆ ਔਰ ਜੋਹਨਾਨ। ਜਦੂਆ ਦੇ ਦਿਨਾਂ ਵਿੱਚ ਲੇਵੀ ਦੇ ਪਿਓ ਦਾਦਿਆਂ ਦੇ ਮੁਖੀ ਲਿਖੇ ਗਏ ਸਨ ਅਤੇ ਜਾਜਕ ਵੀ ਦਾਰਾ ਫਾਰਸੀ ਦੇ ਰਾਜ ਦੀ। ਲੇਵੀਆਂ ਦੇ ਪਿਓ ਦਾਦਿਆਂ ਦੇ ਮੁਖੀ ਅਲਯਾਸ਼ੀਬ ਦੇ ਪੁੱਤਰ ਜੋਹਾਨਾਨ ਦੇ ਦਿਨਾਂ ਵਿੱਚ ਇਤਿਹਾਸ ਦੀ ਪੋਥੀ ਵਿੱਚ ਲਿਖੇ ਗਏ, ਅਤੇ ਲੇਵੀ ਦੇ ਮੁਖੀ ਹਸ਼ਬਿਆ, ਸ਼ੇਰੇਬਿਆ ਅਤੇ ਕਦਮੀਏਲ ਦਾ ਪੁੱਤਰ ਯੇਸ਼ੂਆ। ਉਹਨਾਂ ਦੇ ਭਰਾ ਪਰਮੇਸ਼ਰ ਦੇ ਜਨ ਦਾਊਦ ਦੇ ਹੁਕਮ ਅਨੁਸਾਰ ਉਸਤਤ ਅਤੇ ਧੰਨਵਾਦ ਲਈ ਉਹਨਾਂ ਦੇ ਆਮੋ ਸਾਹਮਣੇ ਪਹਿਰੇ ਉੱਤੇ ਪਹਿਰਾ ਸਨ। ਮਤਨਿਆ, ਬੁਕਿਆ, ਉਬਦਿਆ, ਮੁਸ਼ਲਾਮ, ਟਲਮੋਲ ਅਤੇ ਅਕੂਬ ਦਰਬਾਨ ਸਨ ਤੇ ਫਾਟਕਾਂ ਦੇ ਮੋਤੀ ਖਾਨਿਆਂ ਉੱਤੇ ਪਹਿਰਾ ਦਿੰਦੇ ਸਨ। ਅਤੇ ਯੋਸਾਦਾਕ ਦੇ ਪੋਤਰੇ ਯਸ਼ੂਆ ਦੇ ਪੁੱਤਰ ਜੋਯਾਕੀਮ ਦੇ ਦਿਨਾਂ ਵਿੱਚ ਅਤੇ ਨਹਿਮਿਆ ਹਾਕਮ ਤੇ ਅਜ਼ਰਾ ਜਾਜ਼ਕ ਅਤੇ ਲਖਾਰੀ ਦੇ ਦਿਨਾਂ ਵਿੱਚ ਇਹ ਸਨ। ਯਰੂਸ਼ਲਮ ਦੀ ਕੰਧ ਦੀ ਚੱਠ ਵਿੱਚ ਉਹਨਾਂ ਨੇ ਲੇਵੀਆਂ ਨੂੰ ਸਾਰੇ ਥਾਵਾਂ ਤੋਂ ਭਾਲਿਆ ਤਾਂ ਜੋ ਉਹਨਾਂ ਨੂੰ ਯਰੂਸ਼ਲਮ ਵਿੱਚ ਲਿਆਉਣ, ਤਾਂ ਕਿ ਉਹ ਆਨੰਦ ਤੇ ਧੰਨਵਾਦ ਸ਼ੈਣਿਆਂ ਔਰ ਸਤਾਰਾਂ ਬਰਬਤਾਂ ਵਜਾ ਕੇ ਗਾ ਕੇ ਚੱਟ ਕਰਨ। ਰਾਗੀਆਂ ਦੀ ਵੰਸ਼ ਯਰੂਸ਼ਲਮ ਦੇ ਆਲੇ ਦੁਆਲੇ ਤੇ ਮੈਦਾਨ ਦੇ ਵਿੱਚੋਂ ਨਟੋਫਾਥੀਆਂ ਦੇ ਪਿੰਡਾਂ ਵਿੱਚੋਂ ਇਕੱਠੀ ਹੋਈ ਤੇ ਬੈਤ ਗਿਲਾਲ ਅਤੇ ਗਬਾ ਅਤੇ ਅਜ਼ਮਾਵਤ ਦੇ ਖੇਤਾਂ ਤੋਂ, ਕਿਉਂਕਿ ਰਾਗੀਆਂ ਨੇ ਯਰੂਸ਼ਲਮ ਦੇ ਆਲੇ ਦੁਆਲੇ ਆਪਣੇ ਲਈ ਪਿੰਡ ਬਣਾ ਦਿੱਤੇ।
ਤਦ ਜਾਜਕਾਂ ਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਤੇ ਪਰਜਾ ਨੂੰ ਅਤੇ ਫਾਟਕਾਂ ਨੂੰ ਤੇ ਕੰਧ ਨੂੰ ਸ਼ੁੱਧ ਕੀਤਾ। ਤਾਂ ਮੈਂ ਯਹੂਦਾ ਦੇ ਸਰਦਾਰਾਂ ਨੂੰ ਕੰਧ ਉੱਤੇ ਉਤਾਂਹ ਲਿਆਇਆ ਅਤੇ ਮੈਂ 2 ਵੱਡੀਆਂ ਟੋਲੀਆਂ ਠਹਿਰਾਈਆਂ ਵੀ ਉਹ ਧੰਨਵਾਦ ਕਰਨ, ਤੇ ਉਹਨਾਂ ਵਿੱਚੋਂ ਇੱਕ ਕੰਧ ਦੇ ਸੱਜੇ ਹੱਥ ਤੇ ਦੂਜੀ ਫਾਟਕ ਵਾਲੇ ਕੂੜੇ ਵਾਲੇ ਫਾਟਕ ਵੱਲ ਗਈ, ਅਤੇ ਉਹਨਾਂ ਦੇ ਪਿੱਛੇ ਹੋਸ਼ਆਯਾ ਤੇ ਯਹੂਦਾ ਦੇ ਅੱਧੇ ਸਰਦਾਰ ਗਏ। ਅਜਰਿਆ, ਅਜ਼ਰਾ ਅਤੇ ਮਸ਼ੁਲਾਮ ਯਹੂਦਾ ਤੇ ਬਿਨਯਾਮੀਨ ਔਰ ਸ਼ਮਾਇਆ ਤੇ ਜਰਮਿਆ। ਤੇ ਜਾਜਕਾਂ ਦੀ ਵੰਸ਼ ਵਿੱਚੋਂ ਨਰਸਿੰਗਿਆਂ ਨਾਲ ਜ਼ਕਰਿਆ ਯੋਨਾਥਾਨ ਦਾ ਪੁੱਤਰ ਅਤੇ ਸ਼ਮਿਆ ਦਾ ਪੁੱਤਰ ਤੇ ਮਤਨਿਆ ਦਾ ਪੁੱਤਰ, ਉਹ ਮਿਕਾਇਆ ਦਾ ਪੁੱਤਰ ਅਤੇ ਜ਼ਕੂਰ ਦਾ ਪੁੱਤਰ, ਤੇ ਉਹ ਅਸਾਫ ਦਾ ਪੁੱਤਰ ਤੇ ਉਹਦੇ ਭਰਾ ਸ਼ਮਇਆ ਤੇ ਅਜ਼ਰੀਏਲ ਔਰ ਮਿਲਈ ਔਰ ਗਿਲਈ ਔਰ ਮਾਈ ਔਰ ਨਥਨੇਲ ਔਰ ਯਹੂਦਾ ਔਰ ਹਨਾਨੀ। ਪਰਮੇਸ਼ਰ ਦੇ ਜਨ ਦਾਊਦ ਦੇ ਵਾਜਾਂ ਨਾਲ ਅਜ਼ਰਾ ਲਿਖਾਰੀ ਉਹਨਾਂ ਦੇ ਅੱਗੇ ਸੀ। ਚਸ਼ਮੇ ਫਾਟਕ ਉੱਤੇ ਸਿੱਧੇ ਦਾਊਦ ਦੇ ਸ਼ਹਿਰ ਦੀਆਂ ਪੌੜੀਆਂ ਉੱਤੇ ਚੜ੍ਹ ਕੇ ਜਿੱਥੇ ਕੰਧ ਉਤਾਹਾਂ ਜਾਂਦੀ ਸੀ, ਦਾਊਦ ਦੇ ਮਹਿਲ ਉੱਪਰ ਜਲ ਫਾਟਕ ਨੂੰ ਪੂਰਬ ਵੱਲੋਂ ਗਏ, ਅਤੇ ਉਹਨਾਂ ਦੀ ਦੂਸਰੀ ਟੋਲੀ ਜਿਹੜੀ ਧੰਨਵਾਦ ਕਰਦੀ ਸੀ ਦੂਸਰੇ ਪਾਸੇ ਵੱਲੋਂ ਗਈ। ਮੈਂ ਉਹਨਾਂ ਦੇ ਪਿੱਛੇ ਸਾਂ ਤੇ ਅੱਧੀ ਪਰਜਾ ਕੰਧ ਉੱਤੇ ਤੇ ਤੰਦੂਰਾਂ ਦੇ ਬੁਰਜ ਉੱਤੇ ਚੌੜੀ ਕੰਧ ਤੇ ਗਈ, ਤੇ ਅਫਰਾਇਮੀ ਫਾਟਕ ਤੋਂ ਤਾਂ ਤੇ ਪੁਰਾਣੇ ਫਾਟਕਾਂ ਦੇ ਉੱਤੇ ਤੇ ਮੱਛੀ ਫਾਟਕ ਉੱਤੇ ਹਨਨੇਲ ਦੇ ਬੁਰਜ ਅਤੇ ਹਾਮਿਆ ਦੇ ਬੁਰਜ ਤੇ ਭੇਡ ਫਾਟਕ ਤੀਕ ਉਹ ਬੰਦੀਖਾਨੇ ਦੇ ਫਾਟਕ ਵਿੱਚ ਖੜੇ ਹੋ ਗਏ। ਸੋ ਇਹ ਦੋਵੇਂ ਟੋਲੀਆਂ ਪਰਮੇਸ਼ਰ ਦੇ ਭਵਨ ਵਿੱਚ ਧੰਨਵਾਦ ਲਈ ਖੜੀਆਂ ਹੋ ਗਈਆਂ। ਮੈਂ ਅੱਧੇ ਰਈਸ ਮੇਰੇ ਨਾਲ ਜਾਜਕ ਨਾਲ ਅਲੀਆਕੀਮ, ਮਾਇਸਿਆ, ਮਿਨਯਾਮੀਨ, ਮਿਕਾਇਆ, ਅਲਜੋਏਨੀ, ਜ਼ਕਰਿਆ, ਹਨਾਨਿਆ, ਨਰਸੰਗਿਆ ਨਾਲ ਮਾਸੀਆ, ਸ਼ਮਅਯਾ, ਅਲਅਜ਼ਾਰ, ਉಜ್ਜੀ, ਯੋਹਨਾਨ, ਮਲਕੀਆ, ਏਲਾਮ ਔਰ ਆਜ਼ਰ। ਸੋ ਰਾਗੀ ਜਜ਼ਰਿਆ ਜਿਹੜਾ ਜਜ਼ਰਹਾਇਆ ਜਿਹੜਾ ਉਹਨਾਂ ਦਾ ਓਵਰਸੀਅਰ ਸੀ, ਉੱਚੀ ਆਵਾਜ਼ ਨਾਲ ਗਾਉਂਦੇ ਸਨ, ਅਤੇ ਉਸਨੇ ਉਹਨਾਂ ਦੀਆਂ ਵੱਡੀਆਂ ਬਲੀਆਂ ਚੜਾਈਆਂ ਤੇ ਵੱਡੇ ਆਨੰਦ ਹੋਏ, ਕਿਉਂਕਿ ਪਰਮੇਸ਼ਰ ਉਹਨਾਂ ਨੂੰ ਵੱਡੇ ਆਨੰਦ ਨਾਲ ਪ੍ਰਸੰਨ ਕੀਤਾ। ਨਾਲੇ ਬੱਚੇ ਤੇ ਔਰਤਾਂ ਵੀ ਆਨੰਦਿਤ ਹੋਈਆਂ, ਅਤੇ ਯਰੂਸ਼ਲਮ ਦਾ ਇਹ ਆਨੰਦ ਦੂਰ ਦੂਰ ਤੱਕ ਸੁਣਿਆ ਗਿਆ। ਉਸ ਦਿਨ ਉਹਨਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ ਅਤੇ ਚੁੱਕਣ ਵਾਲੀਆਂ ਭੇਟਾਂ ਦੇ ਪਹਿਲੇ ਫਲਾਂ ਤੇ ਦਸਵੰਧਾਂ ਲਈ ਮਨੁੱਖ ਠਹਿਰਾਏ, ਤਾਂ ਜੋ ਸ਼ਹਿਰ ਦੇ ਖੇਤਾਂ ਵਿੱਚ ਵਿਵਸਥਾ ਦੇ ਠਹਿਰਾਏ ਹੋਏ ਹਿੱਸੇ ਮੁਤਾਬਿਕ ਜਾਜਕਾਂ ਤੇ ਲੇਵੀਆਂ ਲਈ ਇਕੱਠਾ ਕਰਨ, ਕਿਉਂਕਿ ਯਹੂਦਾ ਜਾਜਕ ਤੇ ਲੇਵੀਆਂ ਦੇ ਹਾਜ਼ਰ ਰਹਿਣ ਉੱਤੇ ਖੁਸ਼ ਸਨ। ਸੋ ਉਹਨਾਂ ਨੇ ਆਪਣੇ ਪਰਮੇਸ਼ਰ ਦੇ ਫਰਜ਼ ਦੀ ਸ਼ੁੱਧਤਾਈ ਦੇ ਫਰਜ਼ ਦੀ ਪਾਲਣਾ ਕੀਤੀ, ਤੇ ਰਾਗੀਆਂ ਔਰ ਦਰਬਾਨਾਂ ਨੇ ਵੀ ਦਾਊਦ ਅਤੇ ਉਸਦੇ ਪੁੱਤਰ ਸੁਲੇਮਾਨ ਦੇ ਹੁਕਮ ਮੁਤਾਬਿਕ ਕੀਤਾ, ਕਿਉਂ ਜੋ ਦਾਊਦ ਦੇ ਅਸਾਫ ਦੇ ਦਿਨਾਂ ਵਿੱਚ ਮੁੱਢ ਤੋਂ ਹੀ ਉਹਨਾਂ ਰਾਗੀਆਂ ਦੇ ਮੁਖੀ ਸਨ ਜਿਹੜੇ ਪਰਮੇਸ਼ਰ ਲਈ ਉਸਤਤ ਅਤੇ ਧੰਨਵਾਦ ਦੇ ਗੀਤ ਗਾਉਂਦੇ ਸਨ। ਤੇ ਸਾਰਾ ਇਸਰਾਇਲ ਜ਼ਰੂਬਾਬਲ ਦੇ ਦਿਨਾਂ ਵਿੱਚ ਅਤੇ ਨਹਿਮਿਆ ਦੇ ਦਿਨਾਂ ਵਿੱਚ ਰਾਗੀਆਂ ਤੇ ਦਰਬਾਨਾਂ ਦਾ ਹਿੱਸਾ ਨਿੱਤਾ ਪ੍ਰਤੀ ਦਿੰਦੇ ਰਹੇ। ਇਉਂ ਉਹਨਾਂ ਨੇ ਲੇਵੀਆਂ ਲਈ ਪਵਿੱਤਰ ਚੀਜ਼ਾਂ ਪਵਿੱਤਰ ਕੀਤੀਆਂ ਤੇ ਲੇਵੀਆਂ ਨੇ ਹਾਰੂਨ ਦੇ ਵੰਸ਼ ਲਈ ਪਵਿੱਤਰ ਕੀਤੀਆਂ। ਨਹਿਮਿਆ ਦਾ ਸੁਧਾਰ ਚੈਪਟਰ 13। ਉਸ ਦਿਨ ਮੂਸਾ ਦੀ ਪੋਥੀ ਲੋਕਾਂ ਨੂੰ ਪੜ੍ਹ ਕੇ ਸੁਣਾਈ ਗਈ, ਤੇ ਉਸ ਵਿੱਚ ਇਹ ਲਿਖਿਆ ਗਿਆ ਲੱਭਾ ਕਿ ਅਮੋਨੀ ਤੇ ਮੋਆਬੀ ਪਰਮੇਸ਼ਰ ਦੀ ਸਭਾ ਵਿੱਚ ਸਦਾ ਲਈ ਨਾ ਆਉਣ, ਇਸ ਲਈ ਕਿ ਉਹ ਰੋਟੀ ਤੇ ਪਾਣੀ ਲੈ ਕੇ ਇਸਰਾਇਲ ਦੇ ਸਵਾਗਤ ਲਈ ਨਾ ਨਿਕਲੇ, ਸਗੋਂ ਬਿਲਿਆਮ ਨੂੰ ਉਹਨਾਂ ਦੇ ਵਿਰੁੱਧ ਪਹਾੜੀ ਉੱਤੇ ਲਿਆ ਕੇ ਉਹਨਾਂ ਨੂੰ ਸ਼ਰਾਪ ਦੇਵੇ। ਪਰ ਸਾਡੇ ਪਰਮੇਸ਼ਰ ਨੇ ਉਸ ਸ਼ਰਾਪ ਨੂੰ ਅਸੀਸ ਵਿੱਚ ਬਦਲ ਦਿੱਤਾ। ਇਉਂ ਹੋਇਆ ਕਿ ਜਦੋਂ ਉਹਨਾਂ ਨੇ ਵਿਵਸਥਾ ਨੂੰ ਸੁਣਿਆ ਤਾਂ ਉਹਨਾਂ ਨੇ ਇਸਰਾਇਲ ਵਿੱਚ ਸਾਰੀ ਮਿਲੀ ਜੁਲੀ ਭੀੜ ਨੂੰ ਅੱਡ-ਅੱਡ ਕਰ ਦਿੱਤਾ। ਇਸ ਤੋਂ ਪਹਿਲਾਂ ਅਲ-ਯਸ਼ੀਬ ਜਾਜਕ ਨੇ, ਜਿਹੜਾ ਟੋਬੀਆ ਦਾ ਨੇੜਦਾਰ ਸੀ, ਸਾਡੇ ਪਰਮੇਸ਼ਰ ਦੇ ਭਵਨ ਦੀਆਂ ਕੋਠੜੀਆਂ ਉੱਤੇ ਜੋ ਮੁਕਰਰ ਸੀ ਉਹਦੇ ਲਈ ਇੱਕ ਵੱਡੀ ਕੋਠੜੀ ਬਣਾਈ, ਜਿੱਥੇ ਅੱਗੇ ਨੂੰ ਉਸਨੇ ਮੈਦੇ ਦੀ ਭੇਟ ਤੇ ਲੁਬਾਨ ਔਰ ਭਾਂਡੇ ਅੰਨ ਔਰ ਨਮੀ ਮਹਿ ਤੇਲ ਦੇ ਦਸਵੰਧ ਦੇ ਮੁਤਾਬਿਕ ਹੁਕਮ ਦੇ ਅਨੁਸਾਰ ਲੇਵੀਆਂ ਔਰ ਰਾਗੀਆਂ ਦਰਬਾਨਾਂ ਦੇ ਹਿੱਸੇ ਦੀਆਂ ਜੋ ਸੰਤ ਤੇ ਜਾਜਕਾਂ ਦੇ ਚੁੱਕਣ ਦੀਆਂ ਭੇਟਾਂ ਰੱਖੀਆਂ। ਇਹ ਸਾਰੇ ਦੇ ਹੁੰਦਿਆਂ ਮੈਂ ਯਰੂਸ਼ਲਮ ਵਿੱਚ ਨਹੀਂ ਸਾਂ, ਕਿਉਂਕਿ ਬਾਬਲ ਦੇ ਪਾਤਸ਼ਾਹ ਅਰਤਹਸ਼ਸ਼ਤਾ ਦੇ 32ਵੇਂ ਵਰ੍ਹੇ ਵਿੱਚ ਮੈਂ ਪਾਤਸ਼ਾਹ ਕੋਲ ਚਲਾ ਗਿਆ। ਥੋੜੇ ਦਿਨਾਂ ਪਿੱਛੋਂ ਮੈਂ ਪਾਤਸ਼ਾਹ ਕੋਲੋਂ ਛੁੱਟੀ ਲਈ ਤੇ ਪੁੱਛਿਆ ਕਿ ਮੈਂ ਯਰੂਸ਼ਲਮ ਨੂੰ ਆਇਆ ਤੇ ਜਿਹੜੀ ਬੁਰਾਈ ਅਲ-ਯਸ਼ੀਬ ਨੇ ਟੋਬੀਆ ਦੇ ਲਈ ਕੀਤੀ ਸੀ, ਮੈਂ ਸਮਝਿਆ ਕਿ ਉਸਨੇ ਪਰਮੇਸ਼ਰ ਦੇ ਭਵਨ ਦੇ ਵਿਹੜਿਆਂ ਵਿੱਚ ਉਹਦੇ ਲਈ ਇੱਕ ਕੋਠੜੀ ਬਣਾਈ, ਤਾਂ ਇਹ ਮੈਨੂੰ ਬਹੁਤ ਬੁਰਾ ਲੱਗਿਆ। ਇਸ ਲਈ ਮੈਂ ਟੋਬੀਆ ਦਾ ਸਾਰਾ ਲੋਕਾ ਤੋਕਾ ਉਸ ਕੋਠੜੀ ਵਿੱਚੋਂ ਬਾਹਰ ਸੁੱਟਵਾ ਦਿੱਤਾ, ਅਤੇ ਮੈਂ ਆਪਣੇ ਆਖਣ ਅਨੁਸਾਰ ਉਹ ਕੋਠੜੀਆਂ ਸਾਫ਼ ਕੀਤੀਆਂ ਮੇਰੇ ਆਖਣ ਅਨੁਸਾਰ, ਤੇ ਮੈਂ ਪਰਮੇਸ਼ਰ ਦੇ ਭਵਨ ਦੇ ਭਾਂਡੇ ਤੇ ਮੈਦੇ ਦੀ ਭੇਟ ਤੇ ਲੁਬਾਨ ਨੂੰ ਮੁੜ ਉੱਥੇ ਰੱਖਿਆ। ਫਿਰ ਮੈਨੂੰ ਪਤਾ ਲੱਗਾ ਕਿ ਲੇਵੀਆਂ ਦੇ ਹਿੱਸੇ ਉਹਨਾਂ ਨੂੰ ਨਹੀਂ ਦਿੱਤੇ ਗਏ, ਇਸ ਲਈ ਕੰਮ ਕਰਨ ਵਾਲੇ ਲੇਵੀ ਤੇ ਰਾਗੀ ਆਪੋ ਆਪਣੇ ਖੇਤਾਂ ਨੂੰ ਨੱਠ ਗਏ। ਮੈਂ ਰਈਸਾਂ ਨਾਲ ਝਗੜ ਕੇ ਆਖਿਆ ਕਿ ਪਰਮੇਸ਼ਰ ਦਾ ਭਵਨ ਕਿਉਂ ਤਿਆਗਿਆ ਜਾਂਦਾ ਹੈ, ਤੇ ਉਹਨਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਥਾਂ ਉੱਤੇ ਉਹਨਾਂ ਨੂੰ ਖੜੇ ਕੀਤਾ। ਤਦ ਸਾਰਾ ਯਹੂਦਾ ਅੰਨ ਦਾ ਔਰ ਨਵੀਂ ਮੈਹ ਦਾ ਅਤੇ ਤੇਲ ਦਾ ਦਸਵੰਧ ਖਜ਼ਾਨਿਆਂ ਵਿੱਚ ਲਿਆਇਆ, ਅਤੇ ਮੈਂ ਸ਼ਲਮਿਆ ਜਾਜਕ ਅਤੇ ਸਦੋਕ ਲਿਖਾਰੀ ਤੇ ਲੇਵੀ ਵਿੱਚੋਂ ਪਦਾਇਆ ਨੂੰ ਖਜ਼ਾਨਿਆਂ ਉੱਤੇ ਖਜ਼ਾਨਚੀ ਬਣਾਇਆ, ਤੇ ਇਹਨਾਂ ਦੇ ਹੇਠ ਮਤਨਿਆਂ ਦਾ ਪੁੱਤਰ ਜ਼ਕੂਰ ਦਾ ਪੁੱਤਰ ਹਨਾਨ ਸੀ, ਕਿਉਂਕਿ ਉਹ ਇਮਾਨਦਾਰ ਗਿਣੇ ਜਾਂਦੇ ਸਨ ਤੇ ਆਪਣੇ ਭਰਾਵਾਂ ਵਿੱਚ ਵੰਡਣਾ ਉਹਨਾਂ ਦਾ ਕੰਮ ਸੀ।
ਸੋ ਹੇ ਮੇਰੇ ਪਰਮੇਸ਼ਵਰ, ਇਸ ਦੇ ਕਾਰਨ ਮੈਨੂੰ ਯਾਦ ਕਰ ਮੇਰੇ ਨੇਕ ਕੰਮਾਂ ਨੂੰ ਜਿਹੜੇ ਮੈਂ ਪਰਮੇਸ਼ਵਰ ਦੇ ਭਵਨ ਲਈ, ਉਸ ਦੀਆਂ ਰੀਤੀਆਂ ਲਈ ਕੀਤੇ ਹਨ। ਨਾ ਮੇਟ ਉਹਨੇ ਦਿਨ ਮੈਂ ਯਹੂਦਾ ਵਿੱਚ ਵੇਖਿਆ ਜਿਹੜੇ ਕਈ ਸਬਤ ਦੇ ਦਿਨ ਅੰਗੂਰਾਂ ਨੂੰ ਚੁਬੱਚਿਆਂ ਵਿੱਚ ਪੀੜਦੇ ਸਨ ਅਤੇ ਭਰੀਆਂ ਨੂੰ ਖੋਤੀਆਂ ਉੱਤੇ ਲੱਦ ਕੇ ਅੰਦਰ ਲਿਆਉਂਦੇ ਸਨ। ਇਸ ਤਰ੍ਹਾਂ ਮੈਂ ਔਰ ਅੰਗੂਰ ਔਰ ਅਜੀਰ ਨਾਲ ਨਾਨਾ ਪ੍ਰਕਾਰ ਦੇ ਭਾਰ ਔਰ ਸਬਤ ਦੇ ਦਿਨ ਵਿੱਚ ਯਰੂਸ਼ਲਮ ਦੇ ਅੰਦਰ ਲਿਆਉਂਦੇ ਸਨ। ਤੇ ਜਿਸ ਦਿਨ ਉਹ ਖਾਣ ਦੀਆਂ ਚੀਜ਼ਾਂ ਵੇਚਣ ਲੱਗੇ ਤਾਂ ਮੈਂ ਗਵਾਹੀ ਲਈ ਉੱਥੇ ਸੂਰ ਦੇ ਲੋਕ ਵੀ ਵਸਦੇ ਸਨ, ਜਿਹੜੇ ਮੱਛੀ ਤੇ ਨਾਨਾ ਪ੍ਰਕਾਰ ਦਾ ਸੌਦਾ ਸਬਤ ਯਹੂദിਆਂ ਦੇ ਕੋਲ ਯਰੂਸ਼ਲਮ ਵਿੱਚ ਲਿਆ ਕੇ ਵੇਚਦੇ ਸਨ। ਤਦ ਮੈਂ ਯਹੂਦਾ ਦੇ ਸ਼ਰੀਫਾਂ ਨਾਲ ਝਗੜ ਕੇ ਉਹਨਾਂ ਨੂੰ ਆਖਿਆ, ਇਹ ਕੀ ਬੁਰਾਈ ਹੈ ਜੋ ਤੁਸੀਂ ਕਰਦੇ ਹੋ? ਤੁਸੀਂ ਸਬਤ ਦੇ ਦਿਨ ਨੂੰ ਕਿਉਂ ਭ੍ਰਿਸ਼ਟ ਕਰੋ? ਕੀ ਤੁਹਾਡੇ ਪਿਓ ਦਾਦਿਆਂ ਨੇ ਇਉਂ ਨਹੀਂ ਕੀਤਾ ਕਿ ਸਾਡੇ ਪਰਮੇਸ਼ਵਰ ਨੇ ਸਾਡੇ ਉੱਤੇ ਇਸ ਸ਼ਹਿਰ ਉੱਤੇ ਇਹ ਸਾਰੀ ਬੁਰਾਈ ਨਹੀਂ ਸੀ ਲਿਆਂਦੀ? ਤਦ ਉਹ ਤੁਸੀਂ ਸਬਤ ਦੇ ਦਿਨ ਨੂੰ ਫਿਰ ਵੀ ਭ੍ਰਿਸ਼ਟ ਕਰਕੇ ਇਸਰਾਏਲ ਦੇ ਉੱਤੇ ਬਹੁਤ ਕਹਿਰ ਕਰਦੇ ਹੋ। ਫਿਰ ਇਹ ਹੋਇਆ ਕਿ ਸਬਤ ਤੋਂ ਪਹਿਲਾਂ ਜਦ ਹਨੇਰਾ ਹੋਣ ਲੱਗਾ ਤਾਂ ਮੈਂ ਹੁਕਮ ਦਿੱਤਾ ਕਿ ਯਰੂਸ਼ਲਮ ਦੇ ਫਾਟਕ ਬੰਦ ਕੀਤੇ ਜਾਣ ਤੇ ਉਹਨਾਂ ਨੂੰ ਤਕੀਦ ਕੀਤੀ ਕਿ ਜਿੰਨਾ ਚਿਰ ਸਬਤ ਨਾ ਲੰਘ ਜਾਵੇ ਦਰਵਾਜ਼ੇ ਨਾ ਖੋਲ੍ਹੇ ਜਾਣ। ਤਦ ਮੈਂ ਆਪਣੇ ਜਵਾਨਾਂ ਵਿੱਚੋਂ ਕਈ ਫਾਟਕਾਂ ਉੱਤੇ ਖੜੇ ਕਰ ਦਿੱਤੇ ਕਿ ਸਬਤ ਦੇ ਦਿਨ ਕੋਈ ਅੰਦਰ ਬਾਹਰ ਨਾ ਆਵੇ। ਸੋ ਸੁਦਾਗਰ ਦੇ ਨਾਨਾ ਪ੍ਰਕਾਰ ਦੀਆਂ 10 ਸੌਦਾ ਵੇਚਣ ਵਾਲੇ ਯਰੂਸ਼ਲਮ ਦੇ ਮੈਦਾਨ ਵਿੱਚ 1-2 ਵਾਰ ਟਿਕੇ ਅਤੇ ਤਦ ਮੈਂ ਉਹਨਾਂ ਦੇ ਵਿਰੁੱਧ ਗਵਾਹੀਆਂ ਲਈਆਂ ਤੇ ਉਹਨਾਂ ਨੂੰ ਆਖਿਆ ਕਿ ਤੁਸੀਂ ਕੰਧ ਦੇ ਨੇੜੇ ਕਿਉਂ ਟਿਕਦੇ ਹੋ? ਫਿਰ ਏਦਾਂ ਤੁਸੀਂ ਜੇ ਕਰੋਗੇ ਤਾਂ ਮੈਂ ਤੁਹਾਡੇ ਉੱਤੇ ਹੱਥ ਪਾਵਾਂਗਾ। ਉਸ ਵੇਲੇ ਤੋਂ ਉਹ ਫਿਰ ਸਬਤ ਦੇ ਦਿਨ ਮੁੜ ਕੇ ਨਾ ਆਏ। ਮੈਂ ਲੇਵੀਆਂ ਨੂੰ ਹੁਕਮ ਦਿੱਤਾ ਕਿ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ, ਸਬਤ ਦੇ ਦਿਨ ਦੀ ਪਵਿੱਤਰਤਾ ਲਈ ਫਾਟਕਾਂ ਦੀ ਰਾਖੀ ਲਿਆਓ। ਇਹ ਮੇਰੇ ਪਰਮੇਸ਼ਵਰ, ਮੈਨੂੰ ਇਸ ਲਈ ਚੇਤੇ ਕਰ ਅਤੇ ਆਪਣੀ ਬਹੁਤ ਹੀ ਦਇਆ ਦੇ ਅਨੁਸਾਰ ਮੇਰੇ ਉੱਤੇ ਤਰਸ ਖਾ। ਨਾਲੇ ਉਹਨਾਂ ਦਿਨਾਂ ਵਿੱਚ ਮੈਂ ਇਹ ਵੀ ਵੇਖਿਆ ਕਿ ਯਹੂਦੀਆਂ ਨੇ ਅਸ਼ਦੋਦੀ ਔਰ ਅਮੋਨੀ ਔਰ ਮੁਆਬੀ ਔਰਤਾਂ ਨੂੰ ਵਸਾ ਲਿਆ। ਉਹਨਾਂ ਦੇ ਬੱਚੇ ਅੱਧੀ ਅਸ਼ਦੋਦੀ ਬੋਲਦੇ ਸਨ ਤੇ ਅੱਧੀ ਯਹੂਦੀ ਬੋਲ ਨਹੀਂ ਸਕਦੇ ਸਨ, ਪਰ ਦੂਜੇ ਲੋਕਾਂ ਦੀ ਬੋਲੀ। ਮੈਂ ਉਹਨਾਂ ਨੂੰ ਝਗੜਿਆ, ਵਰਜਿਆ ਤੇ ਉਹਨਾਂ ਨੂੰ ਫਟਕਾਰਿਆ। ਉਹਨਾਂ ਵਿੱਚੋਂ ਕਈਆਂ ਨੂੰ ਮੈਂ ਮਾਰਿਆ ਤੇ ਉਹਨਾਂ ਦੇ ਵਾਲ ਪੁੱਟੇ ਤੇ ਉਹਨਾਂ ਨੂੰ ਪਰਮੇਸ਼ਰ ਦੀ ਸਹੁੰ ਖਵਾਈ ਕਿ ਤੁਸੀਂ ਆਪਣੀਆਂ ਧੀਆਂ ਉਹਨਾਂ ਦੇ ਪੁੱਤਾਂ ਨੂੰ ਨਹੀਂ ਦੇਣੀਆਂ ਤੇ ਨਾ ਆਪਣੇ ਪੁੱਤਾਂ ਲਈ ਤੇ ਨਾ ਆਪਣੇ ਲਈ ਉਹਨਾਂ ਦੀਆਂ ਧੀਆਂ ਲੈਣੀਆਂ। ਕੀ ਇਸਰਾਏਲ ਦੇ ਪਾਤਸ਼ਾਹ ਸੁਲੇਮਾਨ ਨੇ ਇਹਨਾਂ ਹੀ ਗੱਲਾਂ ਕਰਕੇ ਪਾਪ ਨਹੀਂ ਸੀ ਕੀਤਾ ਕਿ ਬਹੁਤੀਆਂ ਕੌਮਾਂ ਵਿੱਚ ਉਹਦੇ ਵਰਗਾ ਕੋਈ ਪਾਤਸ਼ਾਹ ਨਹੀਂ ਸੀ ਜੋ ਆਪਣੇ ਪਰਮੇਸ਼ਰ ਦਾ ਪਿਆਰਾ ਸੀ ਤੇ ਪਰਮੇਸ਼ਰ ਨੇ ਉਹਨੂੰ ਸਾਰੇ ਇਸਰਾਏਲ ਦੀ ਪਾਤਸ਼ਾਹੀ ਵੀ ਦਿੱਤੀ ਸੀ। ਤਾਂ ਵੀ ਉਸਨੇ ਜਦੋਂ ਓਪਰੀਆਂ ਔਰਤਾਂ ਆਪਣੇ ਉਸ ਕੋਲੋਂ ਪਾਪ ਕਰਵਾਇਆ ਤੇ ਫਿਰ ਅਸੀਂ ਤੁਹਾਡੀ ਸੁਣ ਕੇ ਐਡੀ ਵੱਡੀ ਬੁਰਾਈ ਕਰੀਏ ਕਿ ਓਪਰੀਆਂ ਔਰਤਾਂ ਨੂੰ ਵਸਾ ਕੇ ਆਪਣੇ ਪਰਮੇਸ਼ਰ ਨੂੰ ਬੇਈਮਾਨੀ ਕਰੀਏ। ਤੇ ਅਲ-ਯਸ਼ੀਬ ਸਰਦਾਰ ਜਾਜਕ ਦੇ ਪੁੱਤਰ ਜੋ ਯਾਦਿਆ ਦੀ ਵੰਸ਼ ਵਿੱਚੋਂ ਹੋਰੋਨੀ ਸਨਬਲਟ ਦਾ ਜਵਾਈ ਸੀ, ਇਸ ਲਈ ਮੈਂ ਉਸਨੂੰ ਆਪਣੇ ਕੋਲੋਂ ਨਠਾ ਦਿੱਤਾ। ਇਹ ਮੇਰੇ ਪਰਮੇਸ਼ਰ ਉਹਨਾਂ ਨੂੰ ਚੇਤੇ ਕਰ ਕਿ ਉਹਨਾਂ ਨੇ ਜਾਜਕਾਈ ਨੂੰ ਅਤੇ ਜਾਜਕਾਈ ਤੇ ਲੇਵੀਆਂ ਦੇ ਨਿਯਮ ਨੂੰ ਭ੍ਰਿਸ਼ਟ ਕੀਤਾ। ਇਉਂ ਹੀ ਮੈਂ ਉਹਨਾਂ ਸਾਰਿਆਂ ਓਪਰਿਆਂ ਵਿੱਚੋਂ ਪਾਕ ਸਾਫ਼ ਕੀਤਾ ਉਹਨਾਂ ਨੂੰ ਤੇ ਜਾਜਕਾਂ ਦੇ ਲੇਵੀਆਂ ਲਈ ਹਰ ਇੱਕ ਉਹਦੇ ਕੰਮ ਦੇ ਅਨੁਸਾਰ ਜ਼ਿੰਮੇਵਾਰੀਆਂ ਠਹਿਰਾਈਆਂ ਅਤੇ ਠਹਿਰਾਏ ਹੋਏ ਸਮਿਆਂ ਉੱਤੇ ਲੱਕੜੀ ਦੀਆਂ ਭੇਟਾਂ ਤੇ ਪਹਿਲੇ ਫਲਾਂ ਲਈ। ਇਹ ਮੇਰੇ ਪਰਮੇਸ਼ਰ ਭਲਾਈ ਲਈ ਮੈਨੂੰ ਚੇਤੇ ਕਰ। ਆਮੀਨ।